ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸਕ ਵਿਗਨਨ ਕੇ ਨਾਸਕ ਹਰਿ ਗੋਬਿੰਦ ਸੋਭ ਸੁਮਤ ਪਰਕਾਸਕ। ਸ੍ਰੀ ਹਰਿ ਰਾਏ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਵਾਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਵੰਦੋਂ ਵਾਰ ਵਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਤ ਬਨਤਾਦਿਕ ਰਾਜ ਸੁਖ ਸਭੈ ਪਦਾਰਥ ਪਾਸ। ਬੈਸ ਬਿਹਾਵਹਿ ਨਾਮ ਬਿਨ ਮਇਆ ਨ ਪ੍ਰਭ ਕੀ ਤਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਚਵਰ ਤਖਤ ਮਾਲਕ। ਦਸਾਂ ਪਾਤਸ਼ਾਹੀਆਂ ਜੀ ਕੇ ਆਤਮਿਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੋਪਾਲ ਪਾਂਧੇ ਦੇ ਪਰਥਾਏ
ਸੰਸਾਰ ਨੂੰ ਉਪਦੇਸ਼ ਦੇ ਰਹੇ ਨੇ। ਗੋਪਾਲ ਪਾਂਧਾ ਜੀ ਦਾ ਸਵਾਲ ਹੈ ਕਿ ਇਹ ਠੀਕ ਹੈ, ਤੁਹਾਡੀ ਗੱਲ, ਨਾਮ ਜਪਣਾ ਚਾਹੀਦਾ, ਸ਼ੁਭ ਕਰਮ ਕਰਨੇ ਚਾਹੀਦੇ, ਜਿਹੜੇ ਅਮੀਰ ਲੋਕ ਨੇ ਇੱਥੇ ਸਭ ਤਰ੍ਹਾਂ ਦੇ ਸੁੱਖ ਮਾਣ ਰਹੇ ਨੇ, ਪ੍ਰਮਾਤਮਾ ਦੀ ਹੋਂਦ ਤੋਂ ਇਨਕਾਰੀ ਨੇ, ਕਿ ਨਾਮ ਕਦੇ ਲੈਂਦੇ ਹੀ ਨਹੀਂ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਇਸ ਕਰਕੇ ਮੇਰਾ ਮਨ ਉਦਾਸ ਹੋ ਗਿਆ ਕਿ ਮਰਨਾ ਤਾਂ ਅਮੀਰ ਨੇ ਵੀ ਹੈ, ਗਰੀਬ ਨੇ ਵੀ ਹੈ, ਗਿਆਨੀ ਨੇ ਵੀ, ਗਿਆਨੀ ਨੇ ਵੀ। ਸਤਿਗੁਰੂ ਜੀ ਕਹਿੰਦੇ ਵੀ ਇਸ ਤਰ੍ਹਾਂ ਨਹੀਂ, ਕਾਵ ਹੈ ਇੱਕ ਜਾਏ ਉੱਠ ਰੱਖੀਐ ਨਾਮ ਸਲਾਰ, ਇੱਕੋ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਬਿਨ ਨਾਮੈ ਵੇਖਾਰ। ਸਭ ਜੀ ਕਹਿੰਦੇ ਵੀ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਨਾਮ ਤੋਂ ਬਿਨਾ ਕਿਸੇ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ ਮਾਲਕ ਦੀ ਹਜ਼ੂਰੀ ਦੇ ਵਿੱਚ। ਇਹ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ ਵੀ ਇਹ ਸੁੱਖ ਮਾਣ ਰਹੇ ਨੇ, ਇਹਨਾਂ ਨੇ ਜੋ ਪੁੰਨ ਕਰਮ ਕੀਤੇ ਵਾਸ਼ਨਾ ਦੇ ਸਹਿਤ, ਉਹਦੇ ਮੁਤਾਬਕ ਇਹਨਾਂ ਨੂੰ ਫਲ ਮਿਲਿਆ ਹੋਇਆ। ਅੱਜ ਇਹਨਾਂ ਦੇ ਦਰ ਤੇ ਮੰਗਤੇ ਖੜੇ ਨੇ, ਤੇ ਹੁਣ ਇਹ ਦੁਨਿਆਵੀ ਮੋਹ ਮਤਾਂ ਦੇ ਵਿੱਚ ਫਸ ਕੇ ਆਪਣਾ ਜੀਵਨ ਗੁਜ਼ਾਰ ਰਹੇ ਨੇ। ਇਹਦੀ ਸਜ਼ਾ ਇਹਨਾਂ ਨੂੰ ਮਿਲਣੀ ਹੈ ਔਰ ਬੜੀ ਕਸੂਤੀ ਹੈ। ਜਿਵੇਂ ਪਾਤਸ਼ਾਹ ਜੀ ਕਹਿੰਦੇ ਵੀ ਤਪ ਦੇ ਥੰਮ ਦੇ ਨਾਲ ਲਾਉਣਾ, ਜਾਂ ਕਹਿੰਦੇ ਵੀ ਲੋਹੇ ਦੇ ਟੁਕੜੇ ਤਪਾ ਕੇ ਖਾਣ ਵਾਸਤੇ ਕਹਿਣਾ, ਭਾਰੀ ਭਾਰੀ ਸੰਗਲ ਗਲ ਦੇ ਵਿੱਚ ਪੈਣੇ। ਜਿਵੇਂ ਮੌਕੇ ਤੇ ਪਕੜਿਆ ਜਾਂਦਾ ਚੋਰ, ਉਹਨੂੰ ਕੋਈ ਨਹੀਂ ਛਡਾਉਂਦਾ, ਇਸ ਤਰ੍ਹਾਂ ਅਖੀਰ ਨੂੰ ਜਿਨ੍ਹਾਂ ਨੇ ਇਹ ਜ਼ਿੰਦਗੀ ਐਵੇਂ ਵਿਸ਼ੇ ਵਿਕਾਰਾਂ ਵਿੱਚ ਬਿਤਾਈ ਹੈ, ਉਹਨਾਂ ਤੇ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਨਹੀਂ ਹੁੰਦੀ। ਇਹ ਸੁਣ ਕੇ ਪਾਂਧਾ ਜੀ ਦੇ ਮਨ ਦੇ ਵਿੱਚ ਹੋਰ ਅਗਲਾ ਸਵਾਲ ਕਰਨ ਦੀ ਇੱਛਾ ਪ੍ਰਗਟ ਹੋਈ ਹੈ। ਪਾਂਧੇ ਸੁਣ ਸਰੋਦਨ ਵੇਖੈ ਚਮਕੀ ਚੌਂਪ ਪਾਰ, ਹੋਰ ਇੱਛਾ ਬਣੀ। ਇੱਥੋਂ ਕਥਾ ਦੀ ਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਤ ਬਨਿਤਾਦਿਕ ਰਾਜ ਸੁਖ, ਸਭੈ ਪਦਾਰਥ ਪਾਸ। ਪੁੱਤਰ ਹੈ, ਬਨਤਾ ਆਦਿਕ ਇਸਤਰੀ ਵੀ ਹੈ, ਰਾਜ ਦੇ ਸਾਰੇ ਸੁਖ ਤੇ ਸਾਰੇ ਪਦਾਰਥ ਕੋਲ ਨੇ। ਬੈਸ ਬਿਹਾਵ ਹੈ ਨਾਮ ਬਿਨ, ਮਿਆ ਨਾ ਪ੍ਰਭ ਕੀ ਤਾਸ। ਪਰ ਉਹਨਾਂ ਦੇ ਕੋਲ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾ ਨਹੀਂ ਹੈ। ਬੈਸ ਬਿਹਾਵੈ ਨਾਮ ਬਿਨ, ਸਾਰੀ ਉਮਰ ਨਾਮ ਤੋਂ ਬਿਨਾਂ ਹੀ ਬਿਤਾ ਦਿੰਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਜਿਹੜਾ ਮੂਲ ਸੀ ਨਾ, ਉਹ ਵੀ ਗਵਾ ਕੇ ਚਲੇ ਗਏ। ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਸੀ, ਪੁੰਨ ਕਰਮਾਂ ਕਰਕੇ ਵੀ ਹੋਰ ਪੁੰਨ ਕਰਮ ਕਰੋ, ਹੋਰ ਚੰਗੇ ਕਰਮ ਕਰੋ, ਤੁਹਾਨੂੰ ਲਾਭ ਹੋਵੇ। ਪਰ ਬਿਨ ਨਾਮ ਹੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਨਾਮ ਤੋਂ ਬਿਨਾਂ ਭਾਈ ਹਮੇਸ਼ਾ ਘਾਟਾ ਹੀ ਘਾਟਾ ਹੈ। ਉਹ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੁੰਦਾ। ਬਸ ਇਕਨਾਂ ਦੇ ਕੋਲ ਸਾਰੇ ਪਦਾਰਥ ਨੇ, ਪਰ ਵਾਹਿਗੁਰੂ ਪਰਮੇਸ਼ਰ ਜੀ ਦੀ ਨਜ਼ਰ ਤੋਂ ਉਹ ਸੱਖਣੇ ਨੇ। ਇਕਨਾਂ ਦੇ ਕੋਲ ਕੁਝ ਵੀ ਨਹੀਂ ਹੈ, ਲੇਕਿਨ ਉਹਨਾਂ ਦੇ ਉੱਤੇ ਮਾਲਕ ਦੀ ਨਜ਼ਰ ਹੈ। ਨਾਨਕ ਕੈ ਘਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ।
ਜਿਹੜੇ ਦੁਨੀਆ ਦੇ ਪਦਾਰਥ ਨੇ, ਸੁੱਖ ਨੇ, ਇਹ ਸਾਡੀ ਪ੍ਰਾਲਬਧ ਹੈ, ਉਹ ਮਿਲਣੇ ਮਿਲਣੇ ਆ। ਤੇ ਨਾਮ ਦੇ ਨਾਲ ਮਿਲਦਾ ਆਤਮਿਕ ਸੁੱਖ, ਤੇ ਨਾਮ ਦੇ ਵਾਸਤੇ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ, ਬੜੀਆਂ ਤਰਲੇ ਲੈਣੇ ਪੈਂਦੇ, ਸਭ ਕੁਝ ਕੁਰਬਾਨ ਕਰਨਾ ਪੈਂਦਾ ਨਾਮ ਲੈਣ ਦੇ ਲਈ। ਕਿਉਂਕਿ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਇਹ ਮਨ ਮੁੱਲ ਦੇ ਕੇ ਪ੍ਰਮਾਤਮਾ ਦਾ ਨਾਮ ਮਿਲਦਾ ਹੈ, ਸੋਨੇ ਦੇ ਨਾਲ ਨਹੀਂ ਮਿਲਦਾ, ਨਹੀਂ ਤਾਂ ਅਮੀਰ ਲੋਕ ਲੈ ਲੈਂਦੇ। ਤੋ ਸਤਿਗੁਰੂ ਜੀ ਕਹਿੰਦੇ ਹੈ ਤੇ ਸਭ ਕੁਝ ਹੈ, ਪਰ ਉੱਥੇ ਮਾਲਕ ਦੀ ਮਾਇਆ ਨਹੀਂ ਹੈ, ਮਿਹਰ ਨਹੀਂ ਹੈ। ਦੋ ਸ਼ਬਦ ਨੇ, ਇੱਕ ਮਾਇਆ ਤੇ ਇੱਕ ਮਾਇਆ, ਬਹੁਤ ਨੇੜੇ ਨੇ ਇੱਕ ਦੂਸਰੇ ਦੇ, ਮਾਇਆ ਤੇ ਮਾਇਆ। ਮਾਇਆ ਤੇ ਹੈਗੀ ਹੈ ਪਰ ਮਾਇਆ ਨਹੀਂ ਹੈ। ਪਰ ਜਿਹਦੇ ਕੋਲ ਮਾਇਆ ਹੈ ਤੇ ਉਹ ਮਾਇਆ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਜਿਸ ਕਾ ਤਾਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ, ਦੁੱਖ ਸੁਖ ਮੇਰਾ ਤਉ ਵਿਦ ਨੀਕੀ ਘਟਾਨੀ। ਜਿਹਨੂੰ ਇਹ ਸਮਝ ਆ ਗਈ ਵੀ ਤਨ ਮਨ ਜੀ ਦਾ ਧਨ ਵੀ ਉਸੇ ਦਾ ਹੀ ਹੈ, ਉੱਥੇ ਨਾਲ ਮਾਇਆ ਹੈ। ਸੋ ਮਾਇਆ ਦੇ ਪ੍ਰਭਾਵ ਦੇ ਵਿੱਚ ਜੀਵ ਪਰਮਾਤਮਾ ਤੋਂ ਪਰੇ ਹੋ ਜਾਂਦਾ ਹੈ, ਤੇ ਜਦੋਂ ਕੰਨਾ ਲੱਥ ਜਾਵੇ ਫਿਰ ਮਾਇਆ ਦੇ ਨਾਲ ਮਾਲਕ ਦੇ ਕੋਲ ਰਹਿੰਦਾ, ਉਹਦੀ ਹਜ਼ੂਰੀ 'ਚ ਰਹਿੰਦਾ, ਉਹਨੂੰ ਅੰਗ ਸੰਗ ਸਮਝਦਾ ਹੈ। ਇੰਨਾ ਹੀ ਫਰਕ ਹੈ ਬਸ। ਤੋ ਸਤਿਗੁਰੂ ਜੀ ਕਹਿੰਦੇ ਵੀ ਇਹ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ, ਸਭ ਕੁਝ ਇਹਨਾਂ ਦੇ ਕੋਲ, ਪਰ ਮਾਲਕ ਦੀ ਮਿਹਰ ਤੋਂ ਇਹ ਸਖਣੇ ਨੇ। ਮਾਲਕ ਦੀ ਮਿਹਰ ਇਹਨਾਂ ਤੇ ਨਹੀਂ ਹੈ, ਬਿਨਾਂ ਨਾਮ ਤੋਂ ਜੀਵਨ ਬਤਾਉਂਦੇ ਨੇ। ਪਾਂਧੇ ਸੁਨ ਸ਼ਰੋਨਨ ਬਿਖੈ, ਚਮਕੀ ਚੌਂਪ ਅਪਾਰ। ਜਦੋਂ ਸਤਿਗੁਰਾਂ ਜੀ ਦੇ ਬਚਨ ਸੁਣੇ ਤਾਂ ਇਹਦੇ ਅੰਦਰ ਜਿਹੜੀ ਚੌਂਪ ਹੈ, ਇੱਛਾ ਖਾਸ ਹੋਰ ਵਧੀ, ਵੀ ਸਤਿਗੁਰਾਂ ਜੀ ਦੇ ਬਚਨ ਹੋਰ ਸੁਣਾ। ਗੁਰ ਬਚ ਅੰਕਸ ਨਾਗ ਮਨ ਲਖ ਕਰਤ ਹੈ ਅਨਸਾਰ। ਗੁਰੂ ਦੇ ਸ਼ਬਦ ਨੂੰ ਇਹਨੇ ਅੰਕਸ ਸਮਝਿਆ ਤੇ ਆਪਣਾ ਜਿਹੜਾ ਮਨ ਹੈ ਉਹ ਹਾਥੀ ਦੀ ਨਿਆਈ ਹੈ। ਜਿਵੇਂ ਅੰਕਸ਼ ਦੇ ਥੱਲੇ ਸਿਰ ਦਿੱਤਾ ਹਾਥੀ ਨੇ ਤੇ ਉਹਦੇ ਅਧੀਨ ਕੰਮ ਕਰਦਾ ਇਸ਼ਾਰੇ ਦੇ ਨਾਲ, ਇਸ ਤਰ੍ਹਾਂ ਗੁਰੂ ਦਾ ਸ਼ਬਦ ਅੰਕਸ਼ ਹੈ ਤੇ ਸਾਡਾ ਜਿਹੜਾ ਮਨ ਹੈ ਉਹ ਹਾਥੀ ਦੀ ਨਿਆਈ ਹੈ। ਮਨ ਕੁੰਚਰ ਪੀਲਕ ਗੁਰੂ, ਜੈ ਖਿੰਚੈ ਤੈ ਜਾਏ। ਉਹਦੇ ਉੱਪਰ ਪੀਲਕ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕੁੰਡ ਹੈ। ਹੁਣ ਜਿਵੇਂ ਇਸ਼ਾਰਾ ਹੁੰਦਾ ਤੇ ਉਧਰ ਨੂੰ ਤੁਰਦਾ ਹਾਥੀ। ਮਨ ਸਤਿਗੁਰਾਂ ਜੀ ਦੇ ਬਚਨਾਂ ਦੇ ਅਨੁਸਾਰ ਹੀ ਹੋ ਗਿਆ। ਮਨ ਨੂੰ ਹਾਥੀ ਇਸ ਕਰਕੇ ਕਿਹਾ ਹੈ ਕਿਉਂਕਿ ਹਾਥੀ ਦਾ ਜਿਹੜਾ ਆਕਾਰ ਹੈ ਕੁਦਰਤ ਨੇ ਘੜਿਆ ਹੈ, ਪਰਮਾਤਮਾ ਨੇ ਬਣਾਇਆ ਹੈ। ਇਹ ਉਹਨੂੰ ਆਪਣੇ ਸਰੀਰ ਦਾ ਨਹੀਂ ਪਤਾ, ਕਿਉਂਕਿ ਹਾਥੀ ਦੀ ਗਰਦਨ ਮੁੜਦੀ ਨਹੀਂ ਹੈ। ਕਦੇ ਵੀ ਵੇਖਿਓ ਹਾਥੀ ਪਿੱਛੇ ਨੂੰ ਪੂਰੇ ਦਾ ਪੂਰਾ ਮੁੜਦਾ, ਕਿਉਂਕਿ ਉਹਨੂੰ ਆਪਣੇ ਸਰੀਰ ਦਾ ਪਤਾ ਨਹੀਂ। ਜੇ ਉਹਨੂੰ ਪਤਾ ਲੱਗ ਜਾਵੇ ਵੀ ਮੈਂ ਏਡੇ ਵੱਡੇ ਸਰੀਰ ਦਾ ਮਾਲਕ ਹਾਂ ਤੇ ਉਹ ਤਾਂ ਕਦੇ ਬੰਦੇ ਦੇ ਕਾਬੂ ਆਵੇ ਹੀ ਨਾ। ਇਸੇ ਤਰ੍ਹਾਂ ਹੀ ਇਹ ਜਿਹੜਾ ਮਨ ਹੈ ਨਾ, ਇਹਨੂੰ ਆਪਣੀ ਸ਼ਕਤੀ ਦਾ ਪਤਾ ਨਹੀਂ ਹੈ। ਮਨ ਨੂੰ ਆਪਣੀ ਸ਼ਕਤੀ ਦਾ ਨਹੀਂ ਪਤਾ, ਇਸ ਕਰਕੇ ਮਨ ਨੂੰ ਫਿਰ ਹਾਥੀ ਦੀ ਤਸਵੀਰ ਦਿੰਦੇ। ਹੁਣ ਹਾਥੀ ਜਿਹੜਾ ਮਨੁੱਖ ਦੇ ਹੈ ਬਹੁਤ ਨੇੜੇ ਹੈ। ਹਾਥੀ ਦਾ ਜਿਹੜਾ ਦਿਮਾਗ ਹੈ ਮਨੁੱਖ ਦੇ ਬਹੁਤ ਜ਼ਿਆਦਾ ਨੇੜੇ ਹੈ, ਬਹੁਤ ਜ਼ਿਆਦਾ। ਕਹਿੰਦੇ ਵੀ ਜਦੋਂ ਮਹਾਤਮਾ ਬੁੱਧ ਜੀ ਬੈਠਦੇ ਸਨ ਭਜਨ ਬੰਦਗੀ ਦੇ ਵਿੱਚ, ਤੇ ਹਾਥੀ ਉਹਨਾਂ ਦੀ ਰੱਖਿਆ ਕਰਦਾ ਸੀ, ਪਹਿਰੇ ਤੇ ਬਹਿੰਦਾ ਸੀ ਬਈ ਇਹਨਾਂ ਨੂੰ ਕੋਈ ਡਿਸਟਰਬ ਨਾ ਕਰੇ। ਇਹਦਾ ਭਾਵ ਵੀ ਸਾਡੇ ਬਹੁਤ ਨੇੜੇ ਆ।
ਤੇ ਫਿਰ ਉਹਨੇ ਫਲ ਤੋੜ ਕੇ ਲਿਆ ਕੇ ਮਹਾਤਮਾ ਬੁੱਧ ਨੂੰ ਛਕਾਉਣੇ। ਇਹਦਾ ਭਾਵ ਸਿਆਣਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪ੍ਰਸਾਦੀ ਹਾਥੀ ਦਾ ਜ਼ਿਕਰ, ਉਹ ਸਾਰੇ ਕੰਮ ਕਰ ਲੈਂਦਾ ਸੀ। ਉਹਨੇ ਜੋੜਾ ਵੀ ਬਣਾ ਕੇ ਰੱਖ ਦੇਣਾ, ਝਾੜ ਵੀ ਦੇਣਾ, ਸੁਰਾਹੀ ਦੇ ਨਾਲ ਹੱਥ ਵੀ ਸੁੱਚੇ ਕਰਾ ਦੇਣੇ, ਤੌਲੀਆ ਲੈ ਕੇ ਪੈਰ ਵੀ ਪੂੰਝ ਦੇਣੇ, ਚੌਰ ਸਾਹਿਬ ਵੀ ਕਰ ਦਿੰਦਾ ਸੀ, ਤੀਰ ਚੁੱਕੇ ਲਿਆਉਂਦਾ ਸੀ, ਸਾਰੇ ਕੰਮ ਕਰੀ ਜਾਂਦਾ ਸੀ, ਭੱਜਿਆ ਫਿਰਦਾ ਸੀ। ਇਸ ਤਰ੍ਹਾਂ ਇਹ ਉਦਾਹਰਨਾਂ ਸਤਿਗੁਰਾਂ ਜੀ ਨੇ ਸਾਨੂੰ ਦਿੱਤੀਆਂ ਵੀ ਇਹ ਜਿਹੜੇ ਜਾਨਵਰ ਨੇ ਨਾ, ਇਹ ਤੁਹਾਡੇ ਬਹੁਤ ਨੇੜੇ ਨੇ। ਇਹਨਾਂ ਦਾ ਦਿਮਾਗ ਤੁਹਾਡੇ ਤੋਂ ਕੋਈ ਘੱਟ ਨਹੀਂ ਹੈ। ਸਿਰਫ ਉਹਨਾਂ ਕੋਲ ਸ਼ਬਦ ਨਹੀਂ ਬੋਲਣ ਦੇ ਲਈ, ਬਾਕੀ ਸਭ ਕੁਝ ਕਰ ਲੈਂਦੇ। ਸਰੀਰਕ ਕਿਰਿਆ ਸਿੱਖ ਜਾਂਦੇ ਆ। ਕੁੱਤਾ ਬਹੁਤ ਨੇੜੇ ਆ ਮਨੁੱਖ ਦੇ, ਘੋੜਾ ਬਹੁਤ ਨੇੜੇ ਆ ਮਨੁੱਖ ਦੇ। ਪਰ ਆਹ ਜਿਹੜੀ ਭਾਸ਼ਾ ਪ੍ਰੇਮ ਦੀ ਹੈ, ਇਹ ਸਾਰਿਆਂ ਤੇ ਕੰਮ ਕਰ ਜਾਂਦੀ ਹੈ। ਪਸ਼ੂ ਪੰਛੀਆਂ ਤੇ ਬਹੁਤ ਅਸਰ ਕਰਦੀ। ਖਤਰਨਾਕ ਸ਼ੇਰ, ਉਹਦੇ ਨਾਲ ਜਿਹੜੇ ਪਾਲਦੇ ਨੇ ਉਹਨਾਂ ਨੂੰ ਪਿਆਰ ਕਰਦੇ, ਨਾਲ ਹੀ ਰਹਿ ਜਾਂਦੇ, ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਉਹ ਖਤਰਨਾਕ ਹੈ ਬੜਾ। ਸੋ ਇਸ ਤਰ੍ਹਾਂ ਹਾਥੀ ਵੀ ਮਨੁੱਖ ਦੇ ਬਹੁਤ ਨੇੜੇ ਹੈ। ਤਾਂ ਇਹਦੀ ਉਦਾਹਰਣ ਮਨ ਦੇ ਨਾਲ ਦੇਖਦੇ ਵੀ ਜੇ ਮਨ ਨੂੰ ਸਮਝਣਾ ਤਾਂ ਹਾਥੀ ਨੂੰ ਵੇਖ ਲਓ ਵੀ ਉਹਨੂੰ ਆਪਣੀ ਸ਼ਕਤੀ ਦਾ, ਆਪਣੀ ਪਾਵਰ ਦਾ ਨਹੀਂ ਪਤਾ। ਉਸੇ ਤਰ੍ਹਾਂ ਸਾਡੇ ਮਨ ਨੂੰ ਵੀ ਆਪਣੀ ਪਾਵਰ ਦਾ ਨਹੀਂ ਪਤਾ। ਜਿਸ ਤਰ੍ਹਾਂ ਹਾਥੀ ਇੱਕ ਕੁੰਡੇ ਦੇ ਅਧੀਨ ਕੰਮ ਕਰਦਾ, ਇਸ ਤਰ੍ਹਾਂ ਸਾਡਾ ਮਨ ਗੁਰੂ ਦੇ ਸ਼ਬਦ ਦੇ ਅਧੀਨ ਕੰਮ ਕਰਦਾ। ਸ਼ਬਦ ਦੇ ਅਧੀਨ। ਹੁਣ ਜਿਹੜਾ ਉਹ ਕੁੰਡਾ ਹੈ, ਜਿਹੜਾ ਪੀੜਕ ਹੈ, ਉਹ ਸਿਰਫ ਉਹਦੇ ਸਿਰ ਦੇ ਵਿੱਚ ਖੋਭਦਾ, ਉਹ ਥੋੜਾ ਜਿਹਾ ਚੁੱਭਦਾ ਤੇ ਹਾਥੀ ਸਮਝ ਜਾਂਦਾ ਵੀ ਮੇਰਾ ਮਾਲਕ ਮੈਨੂੰ ਕੁਝ ਕਹਿ ਰਿਹਾ, ਇਸ਼ਾਰਾ ਹੀ ਸਮਝਦਾ ਉਹ। ਇਸ ਤਰ੍ਹਾਂ ਮਨ ਗੁਰੂ ਦੇ ਅਨੁਸਾਰ ਹੀ ਹੋ ਜਾਵੇ ਤੇ ਗੁਰੂ ਦੇ ਇਸ਼ਾਰੇ ਨੂੰ ਹੀ ਸਮਝਣ ਲੱਗ ਜਾਵੇ। ਗੋਪਾਲ ਪਾਂਧਾ ਜੀ ਦਾ ਮਨ ਇਸ ਤਰ੍ਹਾਂ ਹੋ ਗਿਆ ਗੁਰੂ ਦੇ ਸ਼ਬਦ ਦੇ ਅਧੀਨ। ਚੌਪਈ ਕਲਾਵਾਨ ਤੁਮ ਮੈਂ ਮਨ ਜਾਣੇ। ਕਹਿੰਦਾ ਜੀ ਮੈਨੂੰ ਇੱਕ ਤੇ ਗੱਲ ਸਮਝ ਆਈ ਵੀ ਤੁਸੀਂ ਆਮ ਪੁਰਸ਼ ਨਹੀਂ ਹੋ, ਤੁਸੀਂ ਕਲਾਵਾਨ ਹੋ। ਤੁਹਾਡੇ ਵਿੱਚ ਕੋਈ ਵੱਖਰੀ ਸ਼ਕਤੀ ਕੰਮ ਕਰਦੀ ਹੈ। ਰੁਚਿਰ ਬਚਨ ਦਾਨੀ ਕਲਿਆਣੇ। ਆਪ ਜੀ ਦੇ ਜਿਹੜੇ ਬਚਨ ਰੁਚਰ ਸੁੰਦਰ ਨੇ ਤੇ ਕਲਿਆਣ ਮੁਕਤੀ ਦੇਣ ਵਾਲੇ ਹਨ। ਇੱਕ ਸ਼ੰਕਾ ਸੋ ਸ਼ੰਕਤ ਮਨ ਹੈ। ਹਾਂ, ਜਿਹੜਾ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਉਹ ਮੈਂ ਆਪ ਜੀ ਨੂੰ ਦੱਸਦਾ ਹਾਂ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਹੁਣ ਮੈਂ ਉਸ ਤਰ੍ਹਾਂ ਨਹੀਂ ਸਵਾਲ ਕਰ ਰਿਹਾ ਜਿਵੇਂ ਮੈਂ ਪਹਿਲਾਂ ਸਵਾਲ ਕੀਤਾ ਸੀ। ਹੁਣ ਮੈਂ ਤੁਹਾਡਾ ਜਨ ਸੇਵਕ ਬਣ ਕੇ ਤੁਹਾਨੂੰ ਸਵਾਲ ਕਰ ਰਿਹਾ। ਇੱਕ ਤਾਂ ਗੁਰੂ ਨੂੰ ਮੰਨਦਾ ਨਹੀਂ ਨਾ, ਉਹ ਫਿਰ ਗੁਰੂ ਤੇ ਤਰਕ ਕਰਦਾ। ਇੱਕ ਜਿਹੜਾ ਸਿੱਖ ਹੈ ਉਹ ਹੱਥ ਜੋੜ ਕੇ ਸਤਿਗੁਰਾਂ ਜੀ ਤੋਂ ਪੁੱਛਦਾ ਵੀ ਮਹਾਰਾਜ ਵੀ ਮੈਨੂੰ ਇਹ ਗੱਲ ਦੀ ਸਮਝ ਨਹੀਂ, ਆਪ ਸੋਝੀ ਬਖਸ਼ੋ। ਦੋਵੇਂ ਗੱਲਾਂ ਚ ਅੰਤਰ ਹੈ। ਇੱਕ ਤਰਕ ਕਰਨਾ ਵੀ ਜਿਹੜੀ ਗੱਲ ਦਾ ਮੈਨੂੰ ਪਤਾ ਹੈ ਦੂਸਰੇ ਨੂੰ ਨਹੀਂ ਪਤਾ, ਫਿਰ ਮੈਂ ਉਹਨੂੰ ਪੁੱਛਣਾ ਵੀ ਤੂੰ ਦੱਸ, ਮੈਨੂੰ ਪਤਾ ਉਸ ਗੱਲ ਦਾ। ਮੈਂ ਸਵਾਲ ਪੁੱਛਣ ਦੇ ਵਿੱਚ ਉਹਦੇ ਤੇ ਭਾਰੂ ਹੈ। ਜਦੋਂ ਕਿ ਸਵਾਲ ਪੁੱਛਣ ਵਾਲਾ ਤਾਂ ਚੇਲਾ ਹੁੰਦਾ, ਪਰ ਇਹ ਗੁਰੂ ਬਣ ਕੇ ਸਵਾਲ ਕਰਦਾ। ਦੋਵਾਂ ਗੱਲਾਂ ਚ ਅੰਤਰ ਹੈ। ਪਹਿਲਾ ਜਿਹੜਾ ਸਵਾਲ ਸੀ ਉਹ ਤਰਕ ਸੀ, ਤੇ ਹੁਣ ਜਿਹੜਾ ਪੁੱਛਣਾ ਹੈ ਉਹ ਭਾਵਨਾ ਦੇ ਨਾਲ ਹੈ। ਆਪਣਾ ਸੇਵਕ ਜਾਣ ਕੇ ਮੇਰੇ ਮਨ ਚੋਂ ਇਹ ਭਰਮ ਕੱਢੋ। ਜੇ ਸੁਲਤਾਨ ਖਾਨ ਫਸਨੇਹੂ। ਕਹਿੰਦੇ ਵੀ ਜਿਹੜੇ ਇਹ ਸੁਲਤਾਨ ਨੇ, ਖਾਨ ਨੇ, ਬਾਦਸ਼ਾਹ ਲੋਕ, ਵੱਡੇ ਵੱਡੇ ਸਰਦਾਰ, ਅਮੀਰ, ਇਹ ਫਸੇ ਹੋਏ ਨੇ ਮੋਹ ਦੇ ਵਿੱਚ। ਨਾਮ ਸਮਾਰ ਹੈ ਭੂਲ ਨ ਕੇਹੂ। ਭੁੱਲ ਕੇ ਵੀ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ। ਤਿਨ ਕੋ ਕਿਉ ਭੈ ਦੇਤ ਨ ਸੁਆਮੀ। ਫਿਰ ਮੈਂ ਸਮਝਦਾ ਵੀ ਮਾਲਕ ਪਰਮਾਤਮਾ ਜਿਹੜਾ ਸਾਡੇ ਅੰਦਰ ਹੀ ਵਸਦਾ, ਉਹ ਇਹਨਾਂ ਨੂੰ ਡਰ ਕਿਉਂ ਨਹੀਂ ਦਿੰਦਾ, ਡਰਾਉਂਦਾ ਕਿਉਂ ਨਹੀਂ। ਜਾਤੇ ਸਿਮਰ ਹੈ ਅੰਤਰ ਜਾਮੀ। ਇਹ ਡਰ ਕੇ ਚਲੋ ਸਿਮਰਨ ਸ਼ੁਰੂ ਕਰ ਦੇਣ ਅੰਤਰਜਾਮੀ ਪਰਮਾਤਮਾ ਦਾ। ਨਿਰਭੈ ਵਿਸ਼ਯਨ ਮਹਿ ਰਚ ਮਾਨਵ। ਕਿਉਂਕਿ ਡਰ ਤੋਂ ਰਹਿਤ ਨੇ,
ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਰਚੇ ਹੋਏ ਨੇ, ਫਸੇ ਹੋਏ ਹਨ। ਭੂਲੇ ਭਜਨ ਨੈਕ ਨਹਿ ਜਾਣਵ। ਇਹ ਕਦੇ ਭਜਨ ਨੂੰ, ਸਿਮਰਨ ਨੂੰ ਜਾਣਦੇ ਨਹੀਂ, ਬਿਲਕੁਲ ਅਣਜਾਣ ਹਨ। ਮਨ ਕੀ ਤਨ ਤਨ ਮਹਿ ਅਤ ਪ੍ਰੀਤੂ। ਇਹਨਾਂ ਦੀ ਮਨ ਦੇ ਵਿੱਚ ਤਨ ਦੀ ਧਨ ਦੀ ਪ੍ਰੀਤੀ ਹੈ ਜ਼ਿਆਦਾ। ਤਜ ਨ ਸਕਹਿ ਚਿਤ ਦ੍ਰਿੜ ਪ੍ਰਤੀਤੂ। ਇੰਨਾ ਪੱਕਾ ਇਹਨਾਂ ਨੇ ਚਿੱਤ ਚ ਕੀਤਾ ਹੋਇਆ ਹੈ ਵੀ ਇਸ ਨੂੰ ਛੱਡ ਹੀ ਨਹੀਂ ਸਕਦੇ। ਦੋਹਰਾ ਤਿਰਦਾਸੀ ਸੰਸਾਰ ਮਹਿ ਲਖ ਸੰਚਿਤ ਅਤਿਆਥ। ਕਿਤੇ ਵੀ ਇਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਫਸੇ ਨੇ ਵੀ ਜਿਵੇਂ ਅਸੀਂ ਸੰਸਾਰ ਦੇ ਵਿੱਚ ਪੱਕੇ ਹੀ ਰਹਿਣਾ ਵੀ ਅਸੀਂ ਕਿਹੜੇ ਤੋਂ ਜਾਣਾ। ਸੰਚਤ ਅਤ ਆਥ, ਆਥ ਨਾ ਮੈਂ ਮਾਇਆ ਦਾ ਵੀ ਇਉਂ ਮਾਇਆ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਨੇ ਵੀ ਅਸੀਂ ਕਿਹੜੇ ਮਰਨਾ, ਅਸੀਂ ਤਾਂ ਇੱਥੇ ਰਹਿਣਾ। ਇਹ ਗੱਲ ਹੈ ਨਾ ਜੀ, ਕਿ ਜੇ ਮਰਨਾ ਸਾਹਮਣੇ ਆ ਜਾਵੇ ਤੇ ਮਨੁੱਖ ਸਾਰਾ ਕੁਝ ਛੱਡ ਦਿੰਦਾ, ਉਹਨੂੰ ਕੁਝ ਚੰਗਾ ਹੀ ਨਹੀਂ ਲੱਗਦਾ। ਪਰ ਜਦੋਂ ਮਰਨਾ ਮਨੋਂ ਵਿਸਾਰਿਆ, ਫਿਰ ਸੰਸਾਰ ਦੇ ਸੁੱਖਾਂ ਨੂੰ ਸੱਚ ਕਰਕੇ ਉਹਦੇ ਵਿੱਚ ਫਸਿਆ ਰਹਿੰਦਾ। ਜੇ ਮਰਨਾ ਸਾਹਮਣੇ ਆ ਜਾਵੇ ਨਾ ਤਾਂ ਸਭ ਕੁਝ ਛੱਡ ਦਿੰਦਾ। ਇੱਕ ਫਕੀਰ ਰਾਜੇ ਨੂੰ ਸਵਾਲ ਕਰਦਾ ਵੀ ਤੁਹਾਨੂੰ ਪਰਮਾਤਮਾ ਕਿਵੇਂ ਚੇਤੇ ਰਹਿੰਦਾ ਹੈ? ਉਹ ਕਹਿੰਦੇ ਵੀ ਤੈਨੂੰ ਚੇਤੇ ਕਰਾ ਦੀ। ਉਹ ਕਹਿੰਦਾ ਜੀ ਮੈਂ ਤੇ ਬੜੀ ਕੋਸ਼ਿਸ਼ ਕਰਦਾ ਹਾਂ, ਮੇਰੇ ਤਾਂ ਚੇਤੇ ਚ ਆਉਂਦਾ ਹੀ ਨਹੀਂ ਹੈਗਾ। ਬਹੁਤ ਕੋਸ਼ਿਸ਼ ਕਰਦਾ ਮੈਂ, ਕੋਸ਼ਿਸ਼ ਹੀ ਕਰਦੇ ਆਂ ਵੀ ਰੱਬ ਚੇਤੇ ਆਵੇ, ਪਰ ਆਉਂਦਾ ਨਹੀਂ। ਤੇ ਤੁਸੀਂ ਕਹਿੰਦੇ ਵੀ ਸਾਨੂੰ ਕਦੇ ਭੁੱਲਦਾ ਨਹੀਂ, ਵੀ ਐਂ ਕਿਵੇਂ ਵੀ ਤੁਹਾਨੂੰ ਹਰ ਵਕਤ ਹੀ ਯਾਦ ਰਹਿੰਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਕਰਨਾ ਪੈਣਾ। ਕਹਿੰਦੇ ਠੀਕ ਹੈ। ਉਹ ਆਪਣੀ ਕੁਟੀਆ ਦੇ ਵਿੱਚ ਉਹਨੂੰ ਲੈ ਗਿਆ ਤੇ ਕੁਟੀਆ ਦੇ ਵਿੱਚ ਲਿਜਾ ਕੇ ਉਹਨੇ ਬਾਕੀ ਸਾਰੀ ਫੌਜਾਂ ਨੂੰ ਕਹਿਤਾ ਵੀ ਤੁਸੀਂ ਚਲੇ ਜਾਓ, ਨੌਕਰਾਂ ਨੂੰ ਆਪਣੇ ਆਪਣੇ ਘਰੇ। ਇੱਕ ਗੱਲ ਦਾ ਖਿਆਲ ਰੱਖੋ ਵੀ ਜਿੰਨੀਆਂ ਮਰਜ਼ੀ ਚੀਖਾਂ ਮਾਰੀ ਜਾਵੇ ਤੁਹਾਡਾ ਰਾਜਾ, ਵੀ ਤੁਸੀਂ ਇਹਦੇ ਕੋਲ ਨਹੀਂ ਆਉਣਾ ਕਿਸੇ ਨੇ। ਸਾਰੀ ਰਾਤ ਜੋ ਮਰਜ਼ੀ ਕਹੀ ਜਾਵੇ ਵੀ ਮਰ ਗਿਆ ਜੀ, ਮੈਂ ਤਾਂ ਗਿਆ ਜੀ, ਤੁਸੀਂ ਨੇੜੇ ਨਹੀਂ ਆਉਣਾ। ਤੇ ਮਹਾਤਮਾ ਨੇ ਕੀ ਕਰਿਆ ਵੀ ਉੱਪਰ ਨਾ ਧਾਗੇ ਦੇ ਨਾਲ ਕਿਰਪਾਨ ਬੰਨ੍ਹਤੀ। ਇਹਨੂੰ ਨਹੀਂ ਪਤਾ। ਹੁਣ ਜਦੋਂ ਚਾਨਣ ਹੋਇਆ ਤੇ ਇਹਦਾ ਧਿਆਨ ਉੱਪਰ ਗਿਆ। ਕਹਿੰਦਾ ਲੈ ਵੀ ਕਿਰਪਾਨ ਤਾਂ ਕਦੇ ਵੀ ਟੁੱਟ ਕੇ ਥੱਲੇ ਡਿੱਗ ਸਕਦੀ ਹੈ, ਔਰ ਲੱਗੂ ਵੀ ਕਲੇਜੇ ਦੇ ਵਿੱਚ ਆ ਕੇ ਸਿੱਧੀ। ਸਾਰੀ ਰਾਤ ਰਾਮ ਰਾਮ ਕਰੀ ਗਿਆ ਵੀ ਹੁਣ ਤੂੰ ਹੀ ਬਚਾ ਸਕਦਾ, ਬਚਣ ਦੀ ਕੋਈ ਆਸ ਨਹੀਂ। ਸਵੇਰੇ ਰਾਜੇ ਨੇ ਦਰਵਾਜ਼ਾ ਖੋਲ੍ਹਿਆ। ਕਹਿੰਦਾ ਹਾਂ ਵੀ ਰਾਜਨ ਸੁਣਾਓ, ਰੱਬ ਚੇਤੇ ਆਇਆ ਕਿ ਨਹੀਂ? ਕਹਿੰਦਾ ਭੁੱਲਿਆ ਹੀ ਨਹੀਂ, ਸਾਰੀ ਰਾਤ ਮੈਂ ਤੇ ਰਾਮ ਰਾਮ ਹੀ ਕਰਦਾ ਰਿਹਾ। ਕਹਿੰਦੇ ਕੀ ਹੋ ਗਿਆ ਸੀ? ਕਹਿੰਦਾ ਬਸ ਉਹ ਕਿਰਪਾਨ ਤੋਂ ਡਰ ਲੱਗਦਾ ਸੀ ਵੀ ਜੇ ਟੁੱਟ ਗਿਆ ਧਾਗਾ ਤੇ ਕਲੇਜੇ 'ਚ ਲੱਗੂ, ਮਰ ਜਾਏਗਾ। ਕਹਿੰਦੇ ਤੂੰ ਇੱਕ ਰਾਤ ਮੌਤ ਨੂੰ ਸਾਹਮਣੇ ਰੱਖਿਆ ਨਾ ਤੇ ਰੱਬ ਚੇਤੇ ਆ ਗਿਆ। ਤੇ ਅਸੀਂ ਹਰ ਵਕਤ ਮੌਤ ਨੂੰ ਸਾਹਮਣੇ ਰੱਖਦੇ ਹਾਂ, ਇਸੇ ਲਈ ਸਾਨੂੰ ਪਰਮਾਤਮਾ ਨਹੀਂ ਭੁੱਲਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੋਰ ਕੁਝ ਯਾਦ ਹੀ ਨਹੀਂ ਆਉਂਦਾ, ਧਿਆਨ ਹੀ ਨਹੀਂ ਜਾਂਦਾ ਕਿਸੇ ਪਾਸੇ। ਜਦੋਂ ਮੌਤ ਸਾਹਮਣੇ ਖੜੀ ਹੋਵੇ ਫਿਰ ਤੇ ਬਸ ਤੂੰ ਹੀ ਕਰਦਾ ਵੀ ਹੁਣ ਤੇ ਤੂੰ ਹੀ ਬਚਾਉਣਾ ਹੈ। ਕੋਈ ਕਿਸੇ ਧਰਮ ਦਾ ਕੋਈ ਮਤ ਦਾ ਹੋਵੇ, ਜਦੋਂ ਮੌਤ ਸਾਹਮਣੇ ਆਉਂਦੀ ਹੈ ਨਾ ਉਹਨੂੰ ਰੱਬ ਚੇਤੇ ਆ ਜਾਂਦਾ। ਮੌਤ ਰੱਬ ਨੂੰ ਚੇਤੇ ਕਰਾਉਂਦੀ। ਹੁਣ ਇਹਨਾਂ ਨੂੰ ਮੌਤ ਚੇਤੇ ਨਹੀਂ ਹੈ ਵੀ ਇੱਕ ਦਿਨ ਅਸੀਂ ਮਰਨਾ ਹੈ, ਤਾਂ ਹੀ ਤੇ ਇਹ ਦੁਨਿਆਵੀ ਧਨ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਨੇ। ਜੇ ਆਹ ਗੱਲ ਸਮਝ ਆਵੇ ਵੀ ਕਾਹਦੇ ਵਾਸਤੇ ਇਕੱਠਾ ਕਰਦੇ ਹੋ, ਕਾਹਦੇ ਵਾਸਤੇ? ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਤਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਨੂੰ ਸਮਝ ਲੱਗ ਗਈ ਉਹ ਦੁਨੀਆ ਦੇ ਵਿੱਚ ਖਲਾਰਾ ਨਹੀਂ ਪਾਉਂਦੇ, ਤੇ ਜਿਹਨੇ ਨਹੀਂ ਸਮਝਿਆ ਉਹ ਫਿਰ ਵਾਧਾ ਵਧਾਉਣ ਦੇ ਵਿੱਚ ਲੱਗੇ ਹੋਏ ਨੇ। ਐ ਸਮਝਦੇ ਵੀ ਅਸੀਂ ਤਾਂ ਜਾਣਾ ਹੀ ਨਹੀਂ, ਵੀ ਅਸੀਂ ਤਾਂ ਇੱਥੇ ਰਹਿਣਾ ਹੈ।
ਇਸੇ ਕਰਕੇ ਮਾਇਆ ਇਕੱਠੀ ਕਰਦੇ ਹਨ। ਸੁਨਤ ਸ਼੍ਰੋਣ ਆਨਨ ਪਨਤ ਨਾਨਕ ਦੀਨਾ ਨਾਥ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੱਲ ਸੁਣਦੇ ਨੇ ਪਾਂਧਾ ਜੀ ਦੀ, ਤੇ ਫਿਰ ਉਹਦਾ ਜਵਾਬ ਦਿੰਦੇ ਹਨ ਬਾਣੀ ਦੇ ਰਾਹੀਂ। ਸ਼੍ਰੀ ਮੁਖਵਾਕ ਪੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹ। ਕਿਉਂਕਿ ਵੀ ਆ ਜਿਹੜਾ ਸਾਡੇ ਸਰੀਰ ਦਾ ਛਿਜਣਾ ਹੈ ਨਾ, ਇਹ ਸਮਝੋ ਇੱਕ ਤਰ੍ਹਾਂ ਦਾ ਪ੍ਰਮਾਤਮਾ ਵੱਲੋਂ ਪਾਇਆ ਹੋਇਆ ਡਰ ਹੀ ਹੈ ਕਿ ਭਾਈ ਤੇਰਾ ਸਰੀਰ ਤੇਰਾ ਸਾਥ ਛੱਡਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ ਹੈ। ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਕੇਹ। ਵੱਡੇ ਵੱਡੇ ਬਾਦਸ਼ਾਹ ਰਾਜੇ ਮਹਾਰਾਜੇ ਸਾਰੇ ਇੱਥੇ ਵੇਖੇ ਜਾਂਦੇ ਨੇ, ਮਿੱਟੀ ਦੇ ਵਿੱਚ ਮਿਲ ਜਾਂਦੇ ਹਨ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ। ਇਹ ਜਿਹੜਾ ਸੰਸਾਰ ਦਾ ਨੇਹ ਹੈ, ਮੋਹ ਹੈ, ਇਹ ਸਾਰਾ ਟੁੱਟ ਜਾਂਦਾ ਤੇ ਜੀਵ ਇਕੱਲਾ ਹੀ ਇੱਥੋਂ ਉੱਠ ਕੇ ਤੁਰ ਜਾਂਦਾ, ਬਾਕੀ ਤਾਂ ਕੋਈ ਨਾਲ ਨਹੀਂ ਨਾ ਜਾਂਦਾ। ਤੋ ਡਰ ਇਹੀ ਹੈ ਪ੍ਰਮਾਤਮਾ ਵੱਲੋਂ ਪਾਇਆ ਹੋਇਆ, ਜਿਹੜਾ ਸਰੀਰ ਦਾ ਛਿਜਣਾ, ਸਰੀਰ ਦਾ ਕਮਜ਼ੋਰ ਹੋਣਾ। ਜੇ ਮਨੁੱਖ ਇਸ ਪਾਸੇ ਵੱਲ ਧਿਆਨ ਦੇਵੇ। ਚੌਪਈ ਨਿਸਬਾਸੁਰ ਇਸ ਸਰਸ ਡਰਾਇਓ। ਇਸ ਤਰੀਕੇ ਦੇ ਨਾਲ ਪਰਮਾਤਮਾ ਦਿਨ ਰਾਤ ਇਹ ਡਰਾ ਰਿਹਾ। ਡਰਦਾ ਨਹੀਂ ਨਾ ਮਨੁੱਖ, ਉਹ ਤੇ ਡਰਾ ਹੀ ਰਿਹਾ। ਮੰਦਮਤੀ ਭਾਵ ਪੈਸ ਭੁਲਾਇਓ। ਪਰ ਇਹ ਮੰਦੀ ਮਤ ਵਾਲੇ ਨੇ ਇਹ ਡਰ ਨੂੰ ਭੁਲਾਇਆ ਹੋਇਆ ਹੈ। ਡਰ ਨੂੰ ਭੁਲਾਇਆ ਹੋਇਆ ਵੀ ਆਪਾਂ ਕਿਹੜੇ ਮਰਨਾ ਹੈ, ਦੁਨੀਆ ਮਰੂਗੀ, ਆਪਾਂ ਥੋੜੀ ਮਰਨਾ। ਇਹ ਡਰ ਨੂੰ ਭੁਲਾ ਰੱਖਿਆ ਇਸ ਮੰਦੀ ਮਤ ਵਾਲੇ ਨੇ। ਛਿਨ ਛਿਨ ਆਇਰ ਬੀਤਤ ਜਾਈ। ਜਿਹੜੀ ਸਾਡੀ ਉਮਰ ਹੈ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਪਾਣੀ ਰਿਸਦਾ ਰਹਿੰਦਾ ਨਾ ਫੁੱਟੇ ਘੜੇ ਚੋਂ, ਇਸ ਤਰ੍ਹਾਂ ਇਹ ਸਰੀਰ ਰੂਪੀ ਘੜੇ ਚੋਂ ਸਵਾਸਾਂ ਰੂਪੀ ਪਾਣੀ ਜਿਹੜਾ ਉਹ ਸਿਮ ਰਿਹਾ। ਦਿਨ ਰਾਤ ਸਵਾਸ ਜਿਹੜੇ ਨੇ ਉਹ ਘਟ ਰਹੇ, ਘਟ ਹੀ ਰਹੇ ਨੇ। ਇਹ ਸਰੀਰ ਹੁੰਦਾ ਜਾ ਰਿਹਾ ਕਮਜ਼ੋਰ। ਤੇ ਜੇ ਮਨੁੱਖ ਸਮਝੇ ਇਸ ਗੱਲ ਨੂੰ ਕਿ ਭਾਈ ਤੂੰ ਮੌਤ ਦੇ ਨੇੜੇ ਜਾ ਰਿਹਾ ਹੈ, ਦਿਨ ਦਿਨ ਦੇਹ ਦਸ਼ਾ ਪਲਟਾਈ। ਸਰੀਰ ਦੀ ਦਸ਼ਾ ਜਿਹੜੀ ਹੈ ਉਹ ਵੀ ਪਲਟਦੀ ਜਾ ਰਹੀ ਹੈ, ਬਦਲਦੀ ਜਾ ਰਹੀ ਹੈ। ਵਿਸ਼ਿਅਨ ਮਹਿ ਖਪ ਬਹੁ ਕਰ ਨੀਹਾ। ਸਾਰੇ ਵਿਸ਼ੇ ਵਿਕਾਰਾਂ ਦੇ ਵਿੱਚ ਮੋਹ ਪਾਈ ਬੈਠੇ ਹੈ, ਖਪ ਰਿਹਾ ਦਿਨ ਰਾਤ। ਅੰਤ ਕਾਲ ਮਹਿ ਚੀਜਤ ਦੇਹਾ। ਭਈ ਅਖੀਰ ਨੂੰ ਇੱਕ ਦਿਨ ਸਰੀਰ ਨੇ ਇਹਨੇ ਜਵਾਬ ਦੇ ਜਾਣਾ ਤੇ ਵਿਸ਼ੇ ਵਿਕਾਰਾਂ ਦੇ ਖਪ ਵਿੱਚ ਖਪ ਕੇ ਹੀ ਆਪਣੇ ਆਪ ਨੂੰ ਗਾਲ ਲੈਂਦਾ, ਨਾਸ਼ ਕਰ ਲੈਂਦਾ। ਨਾਉ ਖਾਨ ਸੁਲਤਾਨ ਪਨੇਹੀ। ਜਿਨ੍ਹਾਂ ਨੂੰ ਲੋਕੀ ਕਹਿੰਦੇ ਸਨ ਵੀ ਇਹ ਬਾਦਸ਼ਾਹ ਹੈ, ਇਹ ਖਾਨ ਪਠਾਨ ਸਰਦਾਰ ਹੈ, ਦ੍ਰਿਸ਼ਟਾਵਤ ਹੈ ਮਿਲਤੇ ਖੇਹੀ। ਹੁਣ ਦੱਸੋ ਵੀ ਉਹ ਕਿਤੇ ਦਿਖਾਈ ਦਿੰਦੇ, ਮਿਲ ਜਾਂਦੇ ਹਨ ਸਾਰੇ ਮਿੱਟੀ ਦੇ ਵਿੱਚ। ਗੁਰੂ ਨੇਹੋ ਦੇਹ ਤਨ ਜੋ। ਇਸ ਕਰਕੇ ਸਰੀਰ ਦਾ ਮੋਹ ਕਰਨਾ, ਧਨ ਦਾ ਮੋਹ ਕਰਨਾ ਇਹ ਝੂਠ ਹੈ ਭਾਈ। ਛੋੜ ਚੱਲਿਓ ਬਸ ਚਲਤ ਨਾ ਕੋ। ਕੋਈ ਵਾਸ ਨਹੀਂ ਚੱਲਦਾ ਜਦੋਂ ਛੱਡ ਕੇ ਚਲਿਆ ਜਾਂਦਾ। ਜਬ ਤੇ ਹੋਏ ਲਾਮੀ ਧਾਈ, ਚੱਲੈ ਨਾਹੀ ਇੱਕ ਪੈਰੇ। ਜਿਹੜੇ ਤੁਹਾਨੂੰ ਇਕੱਠਾ ਕਰਦੇ ਨਾ ਸਾਰੀ ਉਮਰ, ਇੱਕ ਕਦਮ ਵੀ ਦੇ ਨਾਲ ਨਹੀਂ ਜਾਂਦਾ ਨਾ। ਸਭ ਕੁਝ ਸਾਹਮਣੇ ਹੋ ਰਿਹਾ ਪਰ ਮਨੁੱਖ ਤੇ ਅਸਰ ਨਹੀਂ ਹੈ, ਅਸਰ ਨਹੀਂ ਹੈ। ਫਿਰ ਸਾਰੇ ਹਾਲਾਤ ਜਿਹੜੇ ਨੇ ਉਹ ਜਿਉਂ ਦੇ ਤਿਉਂ ਹੀ ਨੇ। ਫਿਰ ਇਕੱਠੀ ਕਰਨ ਦੇ ਵਿੱਚ ਲੱਗਿਆ, ਫਿਰ ਇਕੱਠੀ ਕਰਨ ਦੇ ਵਿੱਚ ਲੱਗਿਆ। ਦਿਨ ਰਾਤ ਇਹੀ ਸੋਚਦਾ ਰਹਿੰਦਾ ਵੀ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵੇ, ਨਾਨਕ ਨਾਹੀ ਕਰਮ। ਸਾਡੀ ਪਾਠ ਪੂਜਾ ਵੀ ਪੈਸੇ ਵਾਸਤੇ ਹੁੰਦੀ ਹੈ।
ਕਿ ਬਾਬਾ ਜੀ ਕਿਰਪਾ ਕਰ ਦਿਓ, ਖੁੱਲੇ ਗੱਪੇ ਦੇ ਦਿਓ ਮਾਇਆ ਦੇ। ਪਾਠ ਕਰਕੇ ਵੀ ਉਹੀ ਮੰਗੀ ਜਾਂਦੇ। ਪਾਤਸ਼ਾਹ ਜੀ ਕਹਿੰਦੇ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿੰਦੇ ਬਾਣੀ ਦੇ ਵਿੱਚ ਅੰਮ੍ਰਿਤ ਹੈ, ਤੇ ਆਪਾਂ ਬਾਣੀ ਦੇ ਵਿੱਚੋਂ ਵੀ ਧਾਨੀ ਭਾਲਦੇ ਫਿਰਦੇ ਆਂ। ਗੱਜ ਕੇ ਆਖੋ ਸਤਿਨਾਮ। ਬਾਣੀ ਵਿੱਚੋਂ ਵੀ ਪੈਸੇ, ਬਾਬਾ ਤਾਂ ਕਹਿੰਦਾ ਵੀ ਇਹਦੇ 'ਚ ਅੰਮ੍ਰਿਤ ਹੈ, ਔਰ ਆਪਾਂ ਕਹਿੰਦੇ ਬਾਣੀ ਵਿੱਚੋਂ ਵੀ ਪੈਸੇ ਮਿਲਣੇ ਚਾਹੀਦੇ ਨੇ। ਬਾਣੀ ਪੜ੍ਹ ਕੇ ਵੀ ਦੇ ਪੈਸੇ, ਭਲੇ ਉਹ ਪੈਸੇ ਤਾਂ ਆਈ ਹੋ ਜਾਣੇ ਨੇ। ਤਾਂ ਜਿਹੜੇ ਨਹੀਂ ਰੱਬ ਨੂੰ ਮੰਨਦੇ ਉਹਨਾਂ ਨੂੰ ਕਿਹੜੇ ਪੈਸੇ ਨਹੀਂ ਆਉਂਦੇ, ਬਥੇਰੇ ਆ ਰਹੇ ਉਹਨਾਂ ਕੋਲ। ਸੁੱਖ ਮੰਗੋ, ਸੁੱਖ ਵੀ ਪਾਤਸ਼ਾਹ ਆਨੰਦ ਬਖਸ਼ੋ ਜੀਵਨ ਦੇ ਵਿੱਚ। ਵੇਖਦੇ ਨੇ ਵੀ ਉਹਨਾਂ ਦੇ ਨਾਲ ਦੇ ਤੁਰੇ ਜਾਂਦੇ ਵੀ ਖਾਲੀ ਚਲੇ ਗਏ, ਪਰ ਹਾਲੇ ਵੀ ਨਹੀਂ ਮੰਨਦੇ, ਹਾਲੇ ਵੀ ਨਹੀਂ ਅਸਰ ਹੁੰਦਾ। ਐਸੀ ਮੰਦੀ ਮਤ ਹੈ, ਨਹਿ ਜਾਵ ਹੈ ਇਹ ਸੰਗ ਅਗਾਰੀ। ਇਹ ਮਾਇਆ ਅੱਗੇ ਕਿਸੇ ਦੇ ਨਾਲ ਨਹੀਂ ਜਾਂਦੀ ਭਾਈ। ਸਾਰੀ ਉਮਰ ਮਨੁੱਖ ਦੌੜ ਭੱਜ ਇਹਦੇ ਵਾਸਤੇ ਕਰਦਾ ਹੈ। ਭੈਣਾਂ ਭਰਾਵਾਂ ਤੋਂ ਵੱਖਰੀ ਰੱਖਦਾ ਵੀ ਪਤਾ ਨਾ ਲੱਗੇ ਕਿਸੇ ਨੂੰ, ਪਰ ਗਈ ਨਹੀਂ ਹੈ ਕਿਸੇ ਦੇ ਨਾਲ ਅੱਜ ਤੱਕ ਇਹ। ਜਿਨਹਿ ਹੇਤ ਨਿਜ ਬਾਜੀ ਹਾਰੀ। ਇਹਨੇ ਇਸ ਮਾਇਆ ਦੀ ਖਾਤਰ ਜੀਵਨ ਦੀ ਬਾਜੀ ਨੂੰ ਹਾਰ ਦਿੱਤਾ। ਜੀਵਨ ਦੀ ਬਾਜੀ ਮਾਇਆ ਦੀ ਖਾਤਰ ਹੀ ਲਾ ਦਿੱਤੀ। ਕੌਰੂ ਵਰਗੇ ਬਾਦਸ਼ਾਹ ਜਿਨ੍ਹਾਂ ਨੇ ਮੁਰਦਿਆਂ ਦੇ ਮੂੰਹ ਚੋਂ ਵੀ ਰੁਪਈਏ ਕਢਾ ਲਏ। ਉਹਨੂੰ ਪਤਾ ਲੱਗ ਗਿਆ ਵੀ ਕਹਿੰਦਾ ਜਦੋਂ ਮੁਰਦਾ ਦਫਨਾਉਣੇ ਆ ਨਾ, ਉਹਦੇ ਮੂੰਹ 'ਚ ਰੁਪਈਆ ਪਾਇਆ ਹੁੰਦਾ। ਟੈਕਨੀਕਲ ਪੁਆਇੰਟ ਹੈ ਇਹ ਕੀ ਸੀ। ਉਹਦੇ ਮੂੰਹ 'ਚ ਪਾ ਕੇ ਇਸ ਕਰਕੇ ਰੱਖਦੇ ਸਨ ਵੀ ਇਹ ਪਤਾ ਲੱਗੇ ਜਦੋਂ ਮਰਜੀ ਕਬਰ ਪੁੱਟ ਲਿਓ, ਉਹ ਰੁਪਈਆ ਦੱਸੂਗਾ ਵੀ ਇਹਦਾ ਸਿਰ ਇੱਧਰ ਨੂੰ ਐ। ਗੱਜ ਕੇ ਆਖੋ ਸਤਿਨਾਮ ਸ੍ਰੀ। ਹੋਰ ਤੇ ਕੋਈ ਗੱਲ ਨਹੀਂ ਸੀ ਹੈ। ਜਦੋਂ ਮਰਜੀ ਕਬਰ ਪੁੱਟ ਲਿਓ, ਮਿੱਟੀ ਹੋ ਜਾਊਗਾ, ਸਰੀਰ ਦੇ ਮਿੱਟੀ ਹੋ ਜਾਣਾ। ਰਹਿ ਕਿਰਮ ਦਲ ਖਾਈ, ਕੀੜਿਆਂ ਦਾ ਦਲ ਖਾ ਜਾਂਦਾ, ਸਰੀਰ ਚੋਂ ਕੀੜੇ ਪੈਦੇ ਪੈ ਜਾਂਦੇ। ਪਰ ਜਦੋਂ ਵੀ ਕਬਰ ਪੁੱਟੋਗੇ ਤੇ ਉਹ ਰੁਪਈਆ ਦੱਸੂਗਾ ਵੀ ਬੰਦੇ ਦਾ ਸਿਰ ਇਸ ਪਾਸੇ ਸੀ। ਇਸ ਕਰਕੇ ਰੁਪਈਆ ਮੂੰਹ ਦੇ ਵਿੱਚ ਪਾਇਆ ਜਾਂਦਾ ਸੀ। ਕਈ ਵਾਰੀ ਪੈਰਾਂ ਦੇ ਵਿੱਚ ਕੋਈ ਲੋਹੇ ਦੀ ਤਾਰ ਬੰਨ੍ਹ ਦਿੰਦੇ ਸਨ, ਪਤਾ ਲੱਗੇ ਵੀ ਪੈਰ ਇੱਧਰ ਨੂੰ ਨੇ। ਇਹ ਨਿਸ਼ਾਨੀਆਂ ਸਨ। ਤੇ ਉਹਨੂੰ ਪਤਾ ਲੱਗੇ ਮੁਰਦੇ ਦੇ ਮੂੰਹ 'ਚ ਰੁਪਈਆ ਹੁੰਦਾ ਹੈ, ਉਹਨੇ ਕਬਰਾਂ ਪਟਾ ਲਈਆਂ। ਤੇ ਜੋ ਹੁਣ ਕਹੀਏ ਵੀ ਬੰਦਾ ਬਦਲ ਗਿਆ, ਬੰਦਾ ਉਹੀ ਹੈ। ਪੜ੍ਹ ਲਓ ਅਖਬਾਰਾਂ। ਆਹ ਜਿਹੜਾ ਤਾਬੂਤ ਹੁੰਦਾ ਹੈ ਜਿਹਦੇ ਵਿੱਚ ਲਾਸ਼ ਆਉਂਦੀ ਹੈ, ਤੇ ਸਾਡੇ ਲੀਡਰ ਤਾਂ ਉਹਦੇ 'ਚੋਂ ਵੀ ਪੈਸੇ ਖਾ ਗਏ। ਇਹ ਕੋਈ ਖਤਮ ਨਹੀਂ ਹੋ ਗਿਆ ਸਿਸਟਮ। ਮੁਰਦਿਆਂ ਦਾ ਕਫਨ ਅੱਜ ਵੀ ਵੇਚਿਆ ਜਾਂਦਾ, ਅੱਜ ਵੀ ਖਾਧਾ ਜਾਂਦਾ, ਅੱਜ ਵੀ ਮੁਰਦਿਆਂ ਦਾ ਸੌਦਾ ਹੁੰਦਾ ਵੀ ਕਿੰਨੇ ਪੈਸੇ ਦਿਓਗੇ, ਬੰਦਾ ਮਰ ਗਿਆ। ਬੋਲੀ ਹੁੰਦੀ ਹੈ ਭਾਈ ਇੰਨੇ ਤਾਂ ਨਹੀਂ ਅਸੀਂ ਦਿੰਦੇ, ਇੰਨਾ ਕੁ ਦੇ ਦਿੰਦੇ। ਕਹਿੰਦੇ ਦੇ ਦਿਓ। ਹੁਣ ਵੀ ਸੌਦਾ ਹੁੰਦਾ ਮਰਿਆ ਹੋਇਆ ਦਾ। ਸਿਸਟਮ ਵਿੱਚ ਕੋਈ ਬਦਲਾਅ ਨਹੀਂ ਹੈ। ਅੱਜ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਮਰਿਆ ਹੋਇਆਂ ਦੇ ਨਾਂ ਤੇ ਸਾਰਾ ਕੁਝ ਹੋ ਜਾਂਦਾ। ਸੋ ਉਹਨੇ ਕਬਰਾਂ ਪਟਾ ਲੀਆਂ। ਕਹਿੰਦਾ ਰੁਪਈਏ ਕੱਢ ਕੇ ਮੈਨੂੰ ਦਿਓ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਭਾਈ ਇਹ ਮਾਇਆ ਪਾਪਾਂ ਬਿਨਾਂ ਤਾਂ ਨਹੀਂ ਇਕੱਠੀ ਹੁੰਦੀ। ਉਂਝ ਤੇ ਫਿਰ ਆਈ ਚਲਾਈ ਹੈ। ਮਾਇਆ ਗੁਜਰਾਨ ਹੈ, ਗੁਜ਼ਾਰੇ ਵਾਸਤੇ ਹੈ, ਚਾਹੀਦੀ ਹੈ ਮਾਇਆ। ਬਸ ਜੇ ਇਕੱਠੀ ਕਰਨੀ ਹੈ ਫਿਰ ਪਾਪ ਕਰਨਾ ਪਊਗਾ, ਝੂਠ ਬੋਲਣਾ ਪਊਗਾ, ਹੇਰਾ ਫੇਰੀ ਕਰਨੀ ਪਊਗੀ। ਤੇ ਸਾਰੀ ਉਮਰ ਐਂ ਹੀ ਲੰਘਾ ਦਿੰਦੇ, ਰੱਬ ਵਾਲੇ ਪਾਸੇ ਧਿਆਨ ਹੀ ਨਹੀਂ ਦਿੰਦੇ। ਦੋਹਰਾ ਗਿਆਨਹੀਨ ਅਗਿਆਨ ਮਹਿ ਨਹਿ ਜਾਣੈ ਨਿਜ ਕਾਲ। ਗਿਆਨੀ ਹੀ ਗਿਆਨ ਤੋਂ ਹੀਣ ਜਿਹੜਾ ਮਨੁੱਖ ਹੈ, ਅਗਿਆਨੀ, ਉਹ ਆਪਣੇ ਕਾਲ ਨੂੰ, ਮੌਤ ਨੂੰ ਨਹੀਂ ਜਾਣਦਾ। ਨੈਣਹੀਨ ਜਿਉ ਜਾਤ ਹੈ ਸਾਮੋਹਿ ਸਰਪ ਵਿਸਾਲ। ਜਿਵੇਂ ਕਹਿੰਦੇ ਅੱਖਾਂ ਤੋਂ ਅੰਨਾ ਬੰਦਾ ਸੱਪ ਦੇ ਮੂੰਹ ਦੇ ਵਿੱਚ ਜਾ ਕੇ ਆਪ ਹੀ ਪੈ ਜਾਵੇ, ਸਰਾਲ ਦੇ ਮੂੰਹ 'ਚ ਪੈ ਜਾਂਦਾ। ਅੰਨੇ ਬੰਦੇ ਨੂੰ ਪਤਾ ਨਹੀਂ ਮੈਂ ਵੀ ਖਿੱਚਿਆ ਜਾ ਰਿਹਾ ਕਿਹੜੇ ਪਾਸੇ ਨੂੰ, ਸਰਾਲ ਖਿੱਚ ਰਹੀ ਮੈਨੂੰ। ਵੱਡੇ ਵੱਡੇ ਅਜਗਰ ਬੰਦੇ ਨੂੰ ਖਿੱਚ ਲੈਂਦੇ ਨੇ, ਪਰ ਅੰਨੇ ਬੰਦੇ ਨੂੰ ਪਤਾ ਨਹੀਂ ਹੈ ਵੀ ਮੈਂ ਕਿੱਧਰ ਨੂੰ ਜਾ ਰਿਹਾ।
ਉਹ ਹਾਲਤ ਅਗਿਆਨੀ ਬੰਦੇ ਦੀ ਹੈ ਵੀ ਇਹ ਆਪ ਹੀ ਮੌਤ ਦੇ ਮੂੰਹ ਦੇ ਵਿੱਚ ਪੈ ਜਾਂਦਾ ਹੈ। ਚੌਪਈ ਕਰੁਣਾ ਕਰ ਸਤਿਗੁਰ ਜਿਸ ਭੇਟੈ। ਜਿਨ੍ਹਾਂ ਨੂੰ ਭਾਈ ਸਤਿਗੁਰੂ ਜੀ ਮਿਲ ਜਾਂਦੇ, ਕਿਰਪਾ ਕਰ ਦਿੰਦੇ ਹਨ, ਤਿਹ ਕੋ ਲਗੈ ਨ ਜਮ ਕੀ ਫੇਟੈ। ਫਿਰ ਉਹਨਾਂ ਨੂੰ ਜਮਾਂ ਦੀ ਫੇਟ ਨਹੀਂ ਲੱਗਦੀ, ਉਹ ਬਚ ਜਾਂਦੇ ਹਨ। ਕਰ ਉਪਦੇਸ਼ ਗਿਆਨ ਦੇ ਨੈਣਾ। ਸਤਿਗੁਰੂ ਜੀ ਉਸ ਨੂੰ ਗਿਆਨ ਰੂਪੀ ਨੇਤਰ ਬਖਸ਼ ਦਿੰਦੇ ਹਨ। ਸਰਪ ਕਾਲ ਕੋ ਕਬ ਤੇ ਭੈਨਾ। ਫਿਰ ਜਿਹੜਾ ਸੱਪ ਰੂਪੀ ਕਾਲ ਹੈ, ਉਹਦਾ ਡਰ ਪਰਮੇਸ਼ਰ ਦੇ ਪਿਆਰਿਆਂ ਨੂੰ ਨਹੀਂ ਰਹਿੰਦਾ। ਲਾਗੀ ਨਾਮ ਵਿਖੈ ਲਿਵ ਮਨ ਕੀ। ਉਹਨਾਂ ਦੀ ਸੂਰਤ ਫਿਰ ਨਾਮ ਦੇ ਵਿੱਚ ਲੱਗ ਜਾਂਦੀ ਹੈ। ਜਿਤ ਤੇ ਪ੍ਰੀਤ ਤਜੀ ਤਨ ਧਨ ਕੀ। ਉਹਨਾਂ ਨੇ ਆਪਣੇ ਮਨ ਦੇ ਵਿੱਚੋਂ ਧਨ ਦੀ ਪ੍ਰੀਤੀ ਛੱਡ ਦਿੱਤੀ। ਪਰਮਾਰਥ ਮਹਿ ਦ੍ਰਿਸ਼ਟ ਲਗਾਈ। ਜੀਵਨ ਦਾ ਜਿਹੜਾ ਆਸ਼ਾ ਹੈ ਪਰਮਾਰਥ, ਉਹਦੇ ਤੇ ਉਹ ਧਿਆਨ ਲਾਉਂਦੇ ਹਨ। ਜਗ ਕਾਰਜ ਤੇ ਬ੍ਰਿਤ ਉਠਾਈ। ਜਿਹੜੇ ਸੰਸਾਰ ਦੇ ਕਾਰਜ ਨੇ ਉਹਨਾਂ ਤੋਂ ਉਹਨਾਂ ਦੀ ਬਿਰਤੀ ਸੁਰਤ ਉੱਪਰ ਉੱਠ ਜਾਂਦੀ ਹੈ। ਦੇਹ ਆਦਿਕ ਮਿਥਿਆ ਸਭ ਜਾਣੇ। ਸਰੀਰ ਆਦਿਕ ਨੂੰ ਉਹ ਬਿਲਕੁਲ ਝੂਠਾ ਜਾਣਦੇ ਹਨ। ਵਿਸ਼ੇ ਬਾਸ਼ਨਾ ਮਨ ਬਿਸਰਾਨੇ। ਫਿਰ ਜਿਹੜੇ ਵਿਸ਼ੇ ਵਾਸ਼ਨਾ ਉਹ ਮਨ ਦੇ ਵਿੱਚੋਂ ਆਪਣੇ ਆਪ ਹੀ ਭੁੱਲ ਜਾਂਦੀ ਹੈ, ਕਿਉਂਕਿ ਸਰੀਰ ਦੇ ਅੰਦਰ ਜਿਹੜਾ ਅੰਗ ਭਾਵ ਹੈ ਉਹਦੇ ਨਾਲ ਹੀ ਇਹ ਸਰੀਰ ਕੰਮ ਕਰਦਾ ਹੈ। ਜੇ ਉਹ ਖਤਮ ਹੋ ਜਾਵੇ ਤੇ ਵਿਸ਼ੇ ਵਿਕਾਰ ਆਪਣੇ ਆਪ ਹੀ ਖਤਮ ਹੋ ਜਾਂਦੇ ਨੇ, ਫਿਰ ਨਹੀਂ ਅਸਰ ਪਾਉਂਦੇ। ਪਰ ਜਦੋਂ ਤੱਕ ਉਹ ਹੈ ਅੰਦਰ, ਉਹਦੀ ਜਿਹੜੀ ਸੈਨਾ ਹੈ, ਉਦੋਂ ਤੱਕ ਸਾਰਾ ਕੁਝ ਚੱਲੇਗਾ। ਅੰਗ ਭਾਵ ਖਤਮ ਹੋ ਗਿਆ, ਵਿਸ਼ੇ ਵਿਕਾਰ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ। ਨਿਜ ਸਰੂਪ ਜੋ ਭਇਓ ਭੁਲਾਵਾ। ਜਿਹੜਾ ਆਪਣੇ ਸਰੂਪ ਤੋਂ ਭੁੱਲਿਆ ਹੋਇਆ ਸੀ, ਤੇ ਜਾਣਨ ਕੋ ਚਿਤ ਲਲਚਾਵਾ। ਫਿਰ ਉਹਨੂੰ ਜਾਣਨ ਦੇ ਲਈ ਉਹਦਾ ਮਨ ਲਲਚਾਉਂਦਾ ਹੈ ਵੀ ਮੈਂ ਆਪਣੇ ਅਸਲੇ ਨੂੰ ਸਮਝਾਂ, ਵੀ ਮਾਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਾਲਾ ਪੈ ਜਾਂਦਾ ਮਨ ਕਿ ਮੈਂ ਆਪਣੇ ਅਸਲ ਨੂੰ ਸਮਝਾਂ, ਮੇਰਾ ਅਸਲ ਕੀ ਹੈ। ਇਹ ਪ੍ਰਮਾਤਮਾ ਦੀ ਜੋਤ ਹੈ ਮਨ। ਮਾਇਆ ਦੇ ਭ੍ਰਾਂਤੀ ਕਰਕੇ, ਮਾਇਆ ਦੇ ਪ੍ਰਭਾਵਕ ਕਰਕੇ ਹੋਰੇ ਪਾਸੇ ਤੁਰ ਗਿਆ। ਹੁਣ ਕਹਿੰਦਾ ਕਿਹੜਾ ਰੱਬ, ਹੁਣ ਸਵਾਲ ਕਰਦਾ। ਸੋ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਇਹ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ। ਫਿਰ ਇਹ ਕਾਲਾ ਪੈਂਦਾ। ਜਿਵੇਂ ਦੁਨਿਆਵੀ ਧਨ ਇਕੱਠਾ ਕਰਨ ਦੀ ਲਾਲਚ ਹੈ ਨਾ, ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਵੀ ਲਾਲਚ ਹੈ। ਪਰ ਉਹ ਕਾਹਦੇ ਵਾਸਤੇ ਹੈ? ਉਹ ਦੁਨਿਆਵੀ ਧਨ ਖਾਤਰ ਨਹੀਂ ਹੈ, ਉਹ ਸੱਚੇ ਧਨ ਵਾਸਤੇ ਹੈ। ਫਿਰ ਉਹ ਸੌਂਦੇ ਹੀ ਨਹੀਂ ਹੈ, ਜਾਗਦੇ ਰਹਿੰਦੇ, ਹਰ ਵਕਤ ਸਿਮਰਨ ਕਰਦੇ ਰਹਿੰਦੇ ਨੇ ਵੀ ਜਿਤਨਾ ਜੀਵਨ ਹੈ ਭਾਈ ਆਪਣਾ ਇਹਨੂੰ ਸਫਲ ਕਰ ਦਈਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਗਿਆਨੀ ਜਿਹੜੇ ਸਾਵਧਾਨ ਹੋ ਜਾਂਦੇ ਨੇ, ਗਿਆਨੀ ਹਾਲੇ ਵੀ ਫਿਰਨ ਦੇ ਕੰਮਕਾਂ ਦੇ ਵਿੱਚ ਪਏ ਹੋਏ ਨੇ, ਉਹਨਾਂ ਨੂੰ ਦੁਨਿਆਵੀ ਧਨ ਹੀ ਸੱਚਾ ਲੱਗਦਾ ਹੈ। ਫਿਰ ਉਹ ਚਾਹੁੰਦੇ ਹਨ ਆਪਣੇ ਸਰੂਪ ਨੂੰ ਜਾਣਨਾ, ਆਨੰਦ ਨੂੰ ਮਾਣਨਾ। ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ। ਸਤਿਗੁਰਾਂ ਜੀ ਦੀ ਸੰਗਤ ਕਰਦਿਆਂ ਕਰਦਿਆਂ ਉਹਨਾਂ ਦਾ ਜਿਹੜਾ ਅਭਿਆਸ ਹੈ ਨਾ, ਫਿਰ ਉਹ ਦ੍ਰਿੜ ਪੱਕਾ ਹੋ ਜਾਇਆ ਕਰਦਾ। ਦ੍ਰਿੜ ਨਾਮ ਹੈ ਪੱਕਾ ਹੋਣ ਦਾ। ਅਭਿਆਸ ਪੱਕਾ ਹੋ ਗਿਆ ਉਹਨਾਂ ਦਾ ਸਿਮਰਨ ਦਾ। ਗਇਓ ਭੁਲਾਵਾ ਭਰਮ ਕਾ, ਸਹਿਜ ਸੁਖ ਹੈ ਪ੍ਰਕਾਸ਼। ਸਹਿਜ ਸਹਿਜ ਗੁਰ ਪ੍ਰਸਾਦ ਭਰਮ ਕਾ ਨਾਸ। ਗੁਰੂ ਦੀ ਕਿਰਪਾ ਦੇ ਨਾਲੋਂ ਅੰਦਰੋਂ ਭਰਮ ਦਾ ਨਾਸ ਹੋ ਗਿਆ। ਤੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਅੰਦਰ ਚਾਨਣ ਹੋ ਜਾਇਆ ਕਰਦਾ। ਇਹ ਜਿਹੜਾ ਪ੍ਰਕਾਸ਼ ਹੈ, ਜਿਹੜਾ ਚਾਨਣ ਹੈ ਨਾ, ਇਹ ਚਾਨਣ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੇ ਚਾਨਣ ਦੀ ਆਪਾਂ ਗੱਲ ਕਰਦੇ ਆ ਨਾ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ।
ਕਿਉਂਕਿ ਆਪਾਂ ਰੋਜ਼ ਪੜ੍ਹਦੇ ਆਂ, ਸੁਣਦੇ ਆਂ ਵੀ ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹ ਗਿਆਨਤਾ ਦਾ ਹਨੇਰਾ ਹੈ, ਅਗਿਆਨਤਾ। ਤੇ ਉਹ ਪ੍ਰਕਾਸ਼ ਕਿਹੜਾ ਹੁੰਦਾ ਹੈ? ਉਹ ਇਹ ਪ੍ਰਕਾਸ਼ ਨਹੀਂ ਹੈ। ਸਾਹਿਬ ਜੀ ਕਹਿੰਦੇ ਪ੍ਰਕਾਸ਼ ਨਾਲ ਤਾਂ ਤੁਲਨਾ ਹੀ ਨਹੀਂ ਉਹਦੀ। ਇਹ ਪ੍ਰਕਾਸ਼ ਤਾਂ ਕਹਿੰਦੇ ਵੀ ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਕੱਠੇ ਚੜ੍ਹ ਜਾਣ 1000 ਸੂਰਜ ਤੇ ਚੰਦਰਮੇ 100 ਹੀ, ਇਸ ਚਾਨਣ ਨਾਲ ਉਹਦਾ ਸੰਬੰਧ ਨਹੀਂ ਹੈ। ਵੀ ਕਈ ਵਾਰੀ ਆਪਾਂ ਅੱਖਾਂ ਮੀਟ ਕੇ ਵੇਖਦੇ ਨਾ, 7 ਤਰ੍ਹਾਂ ਦੇ ਰੰਗ ਜਿਹੜੇ ਆ ਉਹ ਆਪਾਂ ਨੂੰ ਨਜ਼ਰ ਆਉਣਗੇ ਅੱਖਾਂ ਬੰਦ ਕਰਕੇ ਵੀ। ਕਿਤੇ ਹਰਾ ਹੈ, ਕਿਤੇ ਨੀਲਾ ਹੈ, ਕਿਤੇ ਲਾਲ ਹੈ, ਕਿਤੇ ਪੀਲਾ, ਕਿਤੇ ਚਿੱਟਾ, 7 ਤਰ੍ਹਾਂ ਦੇ 7 ਰੰਗੀ ਬੀਂਗ। ਇਹ ਹੈ ਸਿਸਟਮ ਹਿਪਨੋਟਿਜ਼, ਇਹ ਬਾਡੀ ਦਾ ਸਿਸਟਮ ਹੈ। ਤੇ ਉਹ ਜਿਹੜਾ ਚਾਨਣ ਹੈ, ਉਹ ਚਾਨਣ ਇਹ ਨਹੀਂ ਹੈ, ਕਿਉਂਕਿ ਅੱਖਾਂ ਬੰਦ ਕਰਕੇ ਤਾਂ ਹਨੇਰਾ ਹੋ ਜਾਂਦਾ। ਚਾਨਣ ਤਾਂ ਆਪ ਹੀ ਨਹੀਂ ਦਿਖਾਈ ਦਿੰਦਾ ਲਾਈਟ ਵਾਲਾ, ਅੱਖਾਂ ਬੰਦ ਕਰਕੇ ਨਹੀਂ। ਕਲਗੀਧਰ ਪਾਤਸ਼ਾਹ ਜੀ ਨੇ ਇਸ ਗੱਲ ਦਾ ਬੜਾ ਮਜ਼ਾਕ ਉਡਾਇਆ ਹੈ ਵੀ ਜਿਹੜੇ ਕਹਿੰਦੇ ਆ ਵੀ ਅੱਖਾਂ ਬੰਦ ਕਰਕੇ ਸਾਨੂੰ ਦਿੰਦਾ ਜੀ, ਅੱਖਾਂ ਬੰਦ ਕਰਕੇ ਸਾਨੂੰ ਪ੍ਰਕਾਸ਼ ਦਿਖਾਈ ਦਿੰਦਾ, ਅੱਖਾਂ ਬੰਦ ਕਰਕੇ। ਸਤਿਗੁਰੂ ਜੀ ਕਹਿੰਦੇ ਭਾਈ ਅੱਖਾਂ ਬੰਦ ਕਰਕੇ ਤਾਂ ਆਹ ਰਸਤਾ ਨਹੀਂ ਦਿੰਦਾ ਆਪਾਂ ਨੂੰ, ਰੱਬ ਦਾ ਰਸਤਾ ਕਿੱਥੇ ਦਿਖਾਈ ਦੇਊਗਾ? ਗੱਜ ਕੇ ਆਖੋ ਸਤਿਨਾਮ। ਆਹ ਰਸਤਾ ਜਿਹਦੇ ਪਰ ਤੁਰਨਾ ਨਾ, ਅੱਖਾਂ ਬੰਦ ਕਰ ਲਓ। ਕਿ ਜੇ ਅੱਖਾਂ ਬੰਦ ਕਰਕੇ ਰੱਬ ਦੀ ਪ੍ਰਾਪਤੀ ਹੁੰਦੀ, ਫਿਰ ਤਾਂ ਜਿੰਨੇ ਅੰਨੇ ਨੇ ਫਿਰ ਸਾਰਿਆਂ ਨੂੰ ਹੀ ਰੱਬ ਮਿਲ ਜਾਂਦਾ, ਸੌਖਾ ਹੀ। ਉਹਨਾਂ ਤਾਂ ਕੁਦਰਤੀ ਮੀਟੀਆਂ ਹੋਈਆਂ ਨੇ, ਫਿਰ ਤਾਂ ਉਹਨਾਂ ਦਾ ਰੱਬ ਹੀ ਦਿਸਦਾ। ਅੱਖਾਂ ਬੰਦ ਕਰਕੇ ਨਹੀਂ। ਅੰਦਰ ਕੀ ਪਦਵੀ ਕਹਿ ਪਾਵੈ, ਜੇ ਕੋਈ ਅੱਖਾਂ ਬੰਦ ਕਰਨ ਵਾਲਾ ਰੱਬ ਕਹਿੰਦਾ। ਸਾਹਿਬ ਜੀ ਕਹਿੰਦੇ ਅੱਖਾਂ ਬੰਦ ਕਰਨ ਵਾਲੇ ਨੂੰ ਅੰਨਾ ਕਹਿੰਦੇ ਆ। ਅੰਨਾ ਹੋ ਜਾਂਦਾ ਬੰਦਾ ਅੱਖਾਂ ਬੰਦ ਕਰਕੇ। ਇਸ ਲਈ ਇਹ ਜਿਹੜਾ ਜੀਵਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਨਾ, ਇਹਦਾ ਭਾਵ ਹੈ ਵੀ ਸਾਨੂੰ ਜਿਉਣ ਦੀ ਜਾਚ ਆ ਗਈ। ਇਹ ਪ੍ਰਕਾਸ਼ ਹੈ ਵੀ ਸਾਨੂੰ ਖਾਣ ਦਾ, ਪੀਣ ਦਾ, ਪਹਿਨਣ ਦਾ, ਦੂਸਰੇ ਨਾਲ ਵਰਤਣ ਦਾ ਸਾਨੂੰ ਪਤਾ ਚੱਲ ਗਿਆ। ਸੋਝੀ ਹੋ ਗਈ। ਪਹਿਲਾਂ ਪਤਾ ਨਹੀਂ ਸੀ ਹੈ, ਹੁਣ ਪਤਾ ਚੱਲ ਗਿਆ। ਹੁਣ ਅਸੀਂ ਆਪਣਾ ਜੀਵਨ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਗੁਰਬਾਣੀ ਦੇ ਚਾਨਣ ਦੇ ਵਿੱਚ ਹੁਣ ਅਸੀਂ ਆਪਣਾ ਜੀਵਨ ਜਿਉਂਦੇ ਹਾਂ। ਹੁਣ ਗੁਰੂ ਦੇ ਸ਼ਬਦ ਦਾ, ਗੁਰ ਸ਼ਬਦ ਦੀਪਕ ਵਰਤੈ ਤਿਹ ਲੋਏ। ਅਸੀਂ ਹੁਣ ਗੁਰੂ ਦੇ ਸ਼ਬਦ ਦਾ ਦੀਵਾ ਆਪਣੇ ਹੱਥ ਦੇ ਵਿੱਚ ਪਕੜਿਆ ਹੋਇਆ। ਅਸੀਂ ਹੁਣ ਬਾਣੀ ਨੂੰ ਅੱਗੇ ਕਰਕੇ ਬਾਣੀ ਦੇ ਪਿੱਛੇ ਪਿੱਛੇ ਚੱਲਦੇ ਹਾਂ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੋ ਸਤਿਗੁਰੂ ਜੀ ਬਾਣੀ ਰਾਹੀਂ ਕਹਿੰਦੇ, ਹੁਣ ਅਸੀਂ ਮੰਨ ਕੇ ਚੱਲਦੇ ਹਾਂ ਉਹਨੂੰ। ਇਹ ਹੈ ਜੀਵਨ ਦੇ ਵਿੱਚ ਪ੍ਰਕਾਸ਼ ਹੋਣਾ। ਅਗਿਆਨਤਾ ਦਾ ਹਨੇਰਾ ਹੈ ਤੇ ਗਿਆਨ ਦਾ ਪ੍ਰਕਾਸ਼ ਹੈ। ਹੁਣ ਜਿਹੜਾ ਅਗਿਆਨ ਹੈ, ਅਗਿਆਨ ਦੇ ਵਿੱਚ ਗਿਆਨ ਪਿਆ ਹੈ। ਐੜਾ ਗੇਤਰ ਲੱਗਿਆ ਹੋਇਆ, ਬਸ ਐੜਾ ਲਾ ਦਿਓ ਤਾਂ ਗਿਆਨ ਹੀ ਹੈ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਡਾ ਇਹ ਐੜਾ ਜਿਹੜਾ ਹੈ, ਜਿਹਨੇ ਗਿਆਨ ਨੂੰ ਅਗਿਆਨ ਬਣਾਇਆ ਹੋਇਆ, ਉਹਨੂੰ ਬਸ ਪਰੇ ਕਰਨਾ, ਐੜੇ ਨੂੰ ਪਰੇ ਕਰਨਾ। ਮਾਇਆ ਦਾ ਕੰਨਾ ਹੀ ਕੱਟਣਾ, ਮਾਇਆ ਹੋ ਜਾਣੀ ਹੈ। ਇੰਨਾ ਕੀ ਫਰਕ ਹੈ, ਬਹੁਤਾ ਫਰਕ ਨਹੀਂ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇਹ ਗੁਰੂ ਦੀ ਕਿਰਪਾ ਹੈ। ਗੁਰ ਪ੍ਰਸਾਦ ਭਰਮ ਕਾ ਨਾਸ। ਗੁਰੂ ਦੀ ਕਿਰਪਾ ਦੇ ਨਾਲ ਹੁਣ ਅੰਦਰੋਂ ਭਰਮ ਦਾ ਨਾਸ ਹੋ ਗਿਆ। ਹੁਣ ਸੋਝੀ ਹੋ ਗਈ ਜੀਵਨ ਦੀ। ਹੁਣ ਮਾਨਸ ਸੁੱਤਾ ਜਿਹੜਾ ਸੀ ਉਹ ਜਾਗ ਪਿਆ। ਪਰ ਹੋਣਾ ਕਿਵੇਂ? ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ, ਗਿਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼। ਸਹਿਜ ਸੁਭਾਵਕ ਹੀ ਸੁੱਖਾਂ ਦਾ ਅੰਦਰ ਪ੍ਰਕਾਸ਼ ਹੋ ਗਿਆ। ਜਦੋਂ ਤੱਕ ਨਹੀਂ ਸੀ ਪਤਾ ਵੀ ਮੇਰੇ ਕੋਲ ਖਜ਼ਾਨਾ ਪਿਆ ਤੇ ਅਸੀਂ ਦੁਖੀ ਹੋ ਰਹੇ ਸਾਂ, ਤੇ ਹੁਣ ਪਤਾ ਲੱਗ ਗਿਆ ਵੀ ਖਜ਼ਾਨਾ ਤਾਂ ਆਪਣੇ ਕੋਲ ਹੀ, ਦੁਖੀ ਹੋਣ ਦੀ ਕੀ ਲੋੜ ਹੈ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਤੇਰੇ ਅੰਦਰ ਹੀ ਤਾਂ ਹੈਗਾ ਨੌ ਨਿਧਾਂ ਦਾ ਭੰਡਾਰਾ, ਤੂੰ ਬਾਹਰ ਤੁਰਿਆ ਫਿਰਦਾ। ਸੋ ਜੀਵਨ ਜਾ ਜਾ ਜਾਣੀ, ਜਿਉਣਾ ਸਿੱਖ ਜਾਣਾ। ਇਸ ਨੂੰ ਕਹਿੰਦੇ ਨੇ ਜੀਵਨ ਦੇ ਵਿੱਚ ਚਾਨਣ ਹੋਣਾ। ਬਾਕੀ ਉਹ ਚਾਨਣ ਨਹੀਂ ਹੈ ਜਿਹੜਾ ਮਿੱਥਿਆ ਹੋਇਆ। ਜਿਹੜਾ ਹਿਪਨੋਟਾਈਜ਼ ਕਰਦੇ ਨੇ ਨਾ,
ਉਹਦੇ ਵਿੱਚੋਂ ਕੁਝ ਗੱਲਾਂ ਆਉਂਦੀਆਂ, ਬੰਦੇ ਨੂੰ ਭੁਲੇਖਾ ਲੱਗ ਜਾਂਦਾ ਜੀ ਮੈਨੂੰ ਦੂਧੀਆ ਰੰਗ ਦਾ ਪ੍ਰਕਾਸ਼ ਦਿਸਦਾ, ਐ ਹੁੰਦਾ ਉਹ ਹੁੰਦਾ। ਉਹ ਸਾਰੀਆਂ ਥੱਲੇ ਦੀਆਂ ਗੱਲਾਂ ਨੇ, ਮਾਨਸਿਕ ਨੇ। ਪਰ ਗੁਰੂ ਤਾਂ ਮਨ ਤੋਂ ਅੱਗੇ ਹੈ। ਕਈ ਵਾਰੀ ਇੱਥੇ ਹੀ ਬੰਦਾ ਫਸ ਜਾਂਦਾ। ਅਸੀਂ ਬਹੁਤ ਇੱਥੇ ਫਸੇ ਹੋਏ ਹਾਂ ਬਈ ਪਤਾ ਨਹੀਂ ਕੀ ਪ੍ਰਾਪਤੀ ਹੋ ਗਈ, ਪਰ ਜਦੋਂ ਜੀਵਨ ਦੇ ਵਿੱਚ ਵੇਖੋ, ਜੀਵਨ ਦੇ ਵਿੱਚ ਵਿਕਾਰ ਗਏ ਨਹੀਂ ਹੈ। ਕਾਮ ਨਹੀਂ ਗਿਆ, ਕ੍ਰੋਧ ਨਹੀਂ ਗਿਆ, ਲੋਭ ਨਹੀਂ ਗਿਆ, ਮੋਹ ਨਹੀਂ ਗਿਆ, ਹੰਕਾਰ ਨਹੀਂ ਗਿਆ, ਈਰਖਾ ਨਹੀਂ ਗਈ, ਦਵੈਸ਼ ਨਹੀਂ ਗਈ, ਝੂਠ ਨਹੀਂ ਗਿਆ, ਨਿੰਦਾ ਨਹੀਂ ਗਈ। ਤੇ ਕਹਿੰਦਾ ਮੈਨੂੰ ਚਾਨਣ ਹੋ ਗਿਆ। ਚਾਨਣ ਕਾਹਦਾ ਹੋ ਗਿਆ ਭਾਈ? ਚਾਨਣ ਇਹ ਨਹੀਂ ਹੈ, ਚਾਨਣ ਹੈ ਜੀਵਨ ਦੀ ਜਾਚ। ਮੈਨੂੰ ਪਤਾ ਲੱਗ ਗਿਆ ਵੀ ਪਾਰ ਤਿਰਿਆ ਰੂਪ ਨਾ ਪੇਖੈ ਨੇਤਰ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਚਰਨ ਚਲੋ ਮਾਰਗ ਗੋਬਿੰਦ। ਇਹ ਹੈ ਚਾਨਣ। ਮੈਨੂੰ ਪਤਾ ਲੱਗ ਗਿਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਕਾਰ। ਮੈਨੂੰ ਪਤਾ ਚੱਲ ਗਿਆ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਐ, ਮਨ ਮੈਂ ਚੱਲੈ ਵਕਾਰ। ਮੈਨੂੰ ਪਤਾ ਚੱਲ ਗਿਆ ਵੀ ਪਹਿਨਣਾ ਕਿਵੇਂ ਹੈ, ਖਾਣਾ ਕੀ ਹੈ। ਇਹਨੂੰ ਕਹਿੰਦੇ ਨੇ ਜੀਵਨ ਦੇ ਵਿੱਚ ਗੁਰਬਾਣੀ ਦਾ ਚਾਨਣ ਹੋਣਾ, ਗੁਰਬਾਣੀ ਦਾ ਪ੍ਰਕਾਸ਼ ਹੋਣਾ। ਸੋ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਚਾਨਣ ਕਰਨਾ, ਗੁਰੂ ਦੇ ਸ਼ਬਦ ਦਾ ਦੀਪਕ ਫੜਨਾ ਭਾਈ, ਜੀਵਨ ਨੂੰ ਸੁਖਦਾਈ ਬਣਾਉਣਾ। ਬਾਕੀ ਇਹ ਸਾਡੇ ਕੰਮ ਨਹੀਂ ਹਨ। ਹੋਣਗੇ ਜੋਗੀ ਲੋਕਾਂ ਦੇ ਇਹ ਕੰਮ, ਜਿਹੜੇ ਯੋਗ ਸਾਧਨਾ ਕਰਦੇ ਆ ਨਾ, ਉਹਨਾਂ ਕੋਲੇ ਗੱਲਾਂ ਹੋਣਗੀਆਂ, ਪਰ ਸਿੱਖ ਨਾਲ ਇਹਦਾ ਸੰਬੰਧ ਨਹੀਂ ਹੈ ਕੋਈ, ਕਿਉਂਕਿ ਸਿੱਖ ਜੋਗੀ ਨਹੀਂ। ਜੇ ਜੋਗੀ ਠੀਕ ਹੁੰਦੇ ਤੇ ਸਤਿਗੁਰੂ ਜੀ ਫਿਰ ਮੋਹਰ ਲਾ ਦਿੰਦੇ ਉਹਨਾਂ ਤੇ ਵੀ ਸਿੱਖੋ ਵੀ ਇਹ ਮੱਤ ਬਹੁਤ ਵਧੀਆ ਹੈ ਤੇ ਤੁਸੀਂ ਵੀ ਇਹਦੇ ਧਾਰਨੀ ਹੋ ਜਾਓਗਾ, ਜਿੱਥੇ ਆਖੋ ਸਤਿਨਾਮ ਵਾਹਿਗੁਰੂ। ਤੇ ਸਾਨੂੰ ਕਹਿ ਦਿੰਦੇ ਗੁਰੂ ਜੀ ਵੀ ਇਹ ਠੀਕ ਹੈ ਵੀ ਤੁਸੀਂ ਧਾਰਨੀ ਹੋ ਜਾਓ। ਇਸ ਕਰਕੇ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਣਾ ਸਹਿਜ ਸੁਭਾਵਿਕ ਹੋ ਜਾਂਦਾ ਹੈ, ਪਰ ਇਹ ਹੋਵੇਗਾ ਸਾਧ ਸੰਗਤ ਆਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਮਨ ਨੂੰ ਕਾਬੂ 'ਚ ਕਰਨਾ ਕਿਵੇਂ ਹੋਊਗਾ? ਸਤਿਗੁਰਾਂ ਜੀ ਦੀ ਸੰਗਤ ਤੇ ਗੁਰੂ ਦੀ ਕਿਰਪਾ। ਜਦੋਂ ਆਪਾਂ ਸਾਧ ਸੰਗਤ ਦੇ ਵਿੱਚ ਆ ਜਾਂਦੇ ਹਾਂ ਨਾ, ਔਰ ਫਿਰ ਅਸੀਂ ਇਹਨੂੰ ਦ੍ਰਿੜ ਅਭਿਆਸ ਕਰ ਲੈਂਦੇ ਹਾਂ ਵੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਸੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਦੋਂ ਪੱਕਾ ਹੋ ਗਿਆ ਨਾ ਵੀ ਸੰਗਤ ਕਰਨੀ ਉਹ ਕਰਨੀ ਹੈ, ਤੇ ਜਿਹੜੇ ਦਾ ਪੱਕਾ ਉਹ ਫਿਰ ਸਮਾਂ ਵੀ ਪੱਕਾ ਕਰ ਲੈਂਦਾ ਵੀ ਮੈਂ ਇਹ ਸਮੇਂ ਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਨਾ। ਉਹਦਾ ਸਮਾਂ ਵੀ ਪੱਕਾ ਹੋ ਜਾਂਦਾ ਹੈ ਕਿ ਮੈਂ ਇਹ ਸਮੇਂ ਵਿੱਚ ਹੋਰ ਕੰਮ ਨਹੀਂ ਕਰਨਾ, ਮੈਂ ਇਹ ਸਮੇਂ ਗੁਰੂ ਕੇ ਹਜ਼ੂਰ ਜਾਣਾ ਹੀ ਜਾਣਾ। ਬਸ ਜਿਨ੍ਹਾਂ ਦਾ ਅਭਿਆਸ ਦ੍ਰਿੜ ਹੋ ਗਿਆ ਫਿਰ ਉਹ ਗੁਰਮੁਖੋਂ ਖਾਲੀ ਥੋੜ੍ਹੀ ਰਹਿੰਦੇ ਆ। ਪਾਤਸ਼ਾਹ ਜੀ ਦੇਖਦੇ ਨੇ ਵੀ ਇਹ ਬੰਦਾ ਸਮੇਂ ਤੇ ਆਉਂਦਾ ਹੈ ਔਰ ਇਹਦੀ ਭਾਵਨਾ ਕੀ ਹੈ, ਫਿਰ ਗੁਰੂ ਜੀ ਕਿਰਪਾ ਕਰ ਦਿੰਦੇ ਹਨ। ਗੁਰੂ ਦੀ ਕਿਰਪਾ ਸਾਧ ਸੰਗਤ ਦੇ ਨਾਲ ਅਭਿਆਸ ਹੋ ਗਿਆ, ਜਿਨ੍ਹਾਂ ਦਾ ਪੱਕਾ ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਚੌਪਈ ਦੇ ਦੁਖੀ ਤੇ ਦੁਖ ਨਹਿ ਮਨ ਹੈ। ਹੁਣ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋਇਆ ਨਾ, ਉਹਨਾਂ ਦੀ ਨਿਸ਼ਾਨੀ ਕੀ ਹੈ? ਦੇ ਦੁਖੀ ਤੇ ਦੁੱਖ ਨਾ ਮਨ ਹੈ। ਕਹਿੰਦੇ ਸਰੀਰ ਨੂੰ ਦੁੱਖ ਹੈ ਉਹਨਾਂ ਦੇ, ਪਰ ਉਹ ਮਨ ਕਰਕੇ ਦੁਖੀ ਨਹੀਂ ਹੁੰਦੇ ਹੈ। ਮਨ ਉਹਨਾਂ ਦਾ ਫੇਰ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ, ਆਨੰਦ ਦੇ ਵਿੱਚ ਹੈ। ਦੇ ਦੁਖੀ ਤੋਂ ਦੁੱਖ ਨਹੀਂ ਮੰਨਦੇ। ਅਨੇਕ ਬਿਲਾਸਨ ਸੁਖ ਨਹਿ ਜਾਣੈ। ਫਿਰ ਉਹ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਸਾਰੇ ਸੁੱਖਾਂ ਨੂੰ ਮਾਣਦੇ ਆ, ਪਰ ਉਹ ਸੁੱਖਾਂ ਨੂੰ ਵੀ ਨਹੀਂ ਮੰਨਦੇ। ਉਹ ਮੰਨਦੇ ਨਹੀਂ ਹੈ। ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕਹਿ ਕੰਚਨ ਮਾਟੀ ਮੰਨੈ। ਉਹਦੀ ਅਵਸਥਾ ਇਹ ਹੋਇਆ ਕਰਦੀ ਹੈ, ਨਹੀਂ ਸੁੱਖਾਂ ਨੂੰ ਸੁੱਖ ਮੰਨਦੇ। ਥਿਰਤਾ ਪਾਏ ਨਾ ਡੋਲੈ ਸੋ। ਟਿਕਾ ਬਣ ਜਾਂਦਾ ਹੈ, ਕਦੇ ਵੀ ਨਹੀਂ ਡੋਲਦੇ। ਰਹੇ ਏਕ ਰਸ ਦ્વੈਤ ਹੈ ਖੋ। ਇੱਕ ਰਸ ਰਹਿੰਦੇ ਨੇ ਉਹਨਾਂ ਦੇ ਅੰਦਰੋਂ, ਦਵੈਤ ਭਾਵ ਦੋ ਵਾਲਾ ਤਾਂ ਕੰਮ ਖਤਮ ਹੀ ਹੋ ਜਾਂਦਾ ਹੈ। ਜਨਮ ਮਰਨ ਦਿਨ ਤੇ ਛੁੱਟ ਗਏ। ਜਨਮ ਮਰਨ ਤੋਂ ਛੁਟਕਾਰਾ ਹੋ ਗਿਆ। ਹਰ ਪਦ ਪਾਏ ਮੁਕਤ ਸੋ ਭਏ। ਹਰੀ ਪਰਮਾਤਮਾ ਦੇ ਪਾਦ ਨੂੰ ਪ੍ਰਾਪਤ ਕਰਕੇ ਥੱਲੇ ਦੇ ਸੰਸਾਰਿਕ ਸਾਰੇ ਬੰਧਨਾਂ ਤੋਂ ਮੁਕਤ ਹੋ ਗਏ। ਅਸ ਬਿਧ ਪਾਧਾ ਹਿਰਦੈ ਤਰੀਜੈ। ਸਤਿਗੁਰੂ ਜੀ ਕਹਿੰਦੇ ਪਾਂਧਾ ਜੀ ਇਸ ਉਪਦੇਸ਼ ਨੂੰ ਹਿਰਦੇ ਚ ਟਿਕਾਓ। ਤਨ ਅਭਿਮਾਨ ਨਾ ਮੂਲ ਕਰੀਜੈ। ਸਰੀਰ ਦਾ ਅਭਿਮਾਨ ਤਾਂ ਬਿਲਕੁਲ ਕਰਨਾ ਹੀ ਨਹੀਂ। ਕਿਉਂ? ਕੱਚੇ ਭਾਂਡੇ ਦਾ ਕਾਹਦਾ ਮਾਣ ਕਰਨਾ ਹੁੰਦਾ ਬਈ?
ਇਹ ਸਰੀਰ ਇੱਕ ਕੱਚੇ ਭਾਂਡੇ ਦੀ ਨਿਆਈ ਹੈ। ਜਾ ਭਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ। ਕੱਚ ਦੇ ਭਾਂਡੇ ਟੁੱਟਦੇ ਇਕੱਠੇ ਕਰਕੇ ਲੈ ਜਾਂਦੇ ਆ, ਦੁਬਾਰੇ ਫੇਰ ਬਣਾ ਕੇ ਦੇ ਜਾਂਦੇ ਆ, ਪਰ ਆ ਜਦੋਂ ਠੀਕਰਾ ਫੁੱਟਦਾ ਇਹ ਨਹੀਂ ਦੁਬਾਰੇ ਬਣਦਾ। ਸਾਡਾ ਸਰੀਰ ਉਹ ਠੀਕਰ ਹੈ, ਇਹਦੀ ਕੋਈ ਵੈਲਿਊ ਨਹੀਂ ਹੈ। ਇਹ ਤਾਂ ਠੋਕਰ ਲੱਗੀ ਤੇ ਬਸ ਗਿਆ। ਤੇ ਕਾਹਦਾ ਮਾਣ ਕਰਨਾ ਇਸ ਸਰੀਰ ਦਾ? ਹਰ ਸਿਮਰਨ ਕਰੋ ਆਪਾ ਹਰੀਏ। ਇਸ ਲਈ ਸਿਮਰਨ ਕਰੋ, ਇਹ ਤਾਂ ਆਪਾ ਭਾਵ ਮਿਟਣਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਸਿਮਰਨ ਕਰਨ ਦੇ ਨਾਲ ਹਉਮੈ ਜਾਣੀ ਹੈ। ਹਰ ਬਿਨ ਅਨਤ ਦ੍ਰਿਸ਼ਟ ਨਹਿ ਧਰੀਏ। ਪਰਮਾਤਮਾ ਤੋਂ ਬਿਨਾ ਕਿਸੇ ਤੇ ਕੋਈ ਧਿਆਨ ਨਹੀਂ ਧਰਨਾ। ਦੁਰਲਭ ਨਰ ਤਨ ਕਰੋ ਸਕਾਰਤ। ਇਸ ਤਰ੍ਹਾਂ ਇਹ ਜਿਹੜਾ ਮਨੁੱਖਾ ਜਨਮ ਆਪਾਂ ਨੂੰ ਮਿਲਿਆ ਨਾ, ਇਹ ਦੁਰਲਭ ਹੈ, ਬੜਾ ਔਖਾ ਮਿਲਿਆ। ਇਹਨੂੰ ਸਫਲਾ ਕਰ ਲੋ। ਪੁਨ ਨਾ ਜਨਮ ਪਾਵਹਿ ਪਰਮਾਰਥ। ਜੇ ਪਰਮਾਰਥ ਦੀ ਪ੍ਰਾਪਤੀ ਹੋ ਗਈ ਫਿਰ ਜਨਮ ਨਹੀਂ ਹੈ, ਜੇ ਜਨਮ ਨਹੀਂ ਹੈ ਫਿਰ ਮਰਨ ਵੀ ਨਹੀਂ ਹੈ। ਕਿਉਂਕਿ ਜਨਮ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ। ਪਾਤਸ਼ਾਹ ਜੀ ਨੇ ਕਿਹਾ ਵੀ ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਜਨਮ ਦੇ ਨਾਲ ਮਰਨ ਜੁੜਿਆ ਹੋਇਆ ਹੈ, ਤੇ ਖੁਸ਼ੀ ਦੇ ਨਾਲ ਗਮੀ ਜੁੜੀ ਹੋਈ ਹੈ, ਤੇ ਭੋਗ ਦੇ ਨਾਲ ਰੋਗ ਜੁੜਿਆ ਹੋਇਆ ਹੈ। ਭੋਗੰ ਤਾਂ ਰੋਗੰ। ਜੇ ਆਪਾਂ ਕੋਈ ਭੋਗ ਭੋਗਾਂਗੇ ਨਾ, ਉਦੋਂ ਰੋਗ ਲੱਗਣਾ ਹੀ ਲੱਗਣਾ ਹੈ। ਹੁਣ ਭੋਗ ਭੋਗਦਿਆਂ ਤੇ ਬੰਦਾ ਧਿਆਨ ਨਹੀਂ ਦਿੰਦਾ, ਜਦ ਰੋਗ ਲੱਗ ਜਾਂਦਾ ਫਿਰ ਪਿੱਟਦਾ ਫਿਰਦਾ, ਫਿਰ ਦੂਆਂ ਨੂੰ ਕਹਿੰਦਾ ਫਿਰਦਾ ਵੀ ਐ ਹੋ ਗਿਆ। ਭਾਈ ਹੁਣ ਜਿਹੜਾ ਭੋਗ ਤੂੰ ਭੋਗਿਆ ਉਹਦਾ ਰੋਗ ਤਾਂ ਤੈਨੂੰ ਭੁਗਤਣਾ ਪੈਣਾ, ਹੁਣ ਦੂਸਰੇ ਨੇ ਥੋੜੀ ਭੁਗਤਣਾ। ਜਿਹੜੀ ਚੀਜ਼ ਆਪਾਂ ਨੇ ਖਾਧੀ ਆਪਣੇ ਪੇਟ 'ਚ ਗਈ ਹੈ, ਆਪਣੇ ਅੰਦਰ ਉਹਨੇ ਹਜ਼ਮ ਹੋਣਾ ਤੇ ਆਪਣੇ ਸਰੀਰ ਤੇ ਉਹਨੇ ਅਸਰ ਕਰਨਾ। ਹੁਣ ਨਾਲ ਬੈਠੇ ਤੇ ਥੋੜੀ ਅਸਰ ਹੋਣਾ ਹੈ, ਨਾਲ ਬੈਠੇ ਤੇ ਨਹੀਂ ਹੋਣਾ ਹੈਗਾ। ਜੋ ਮੇਰੇ ਪੇਟ 'ਚ ਗਿਆ ਉਹ ਮੇਰੇ ਅੰਦਰ ਹੀ ਅਸਰ ਕਰੇਗਾ। ਇਸ ਤਰ੍ਹਾਂ ਜਿਹੜਾ ਅਸੀਂ ਭੋਗ ਭੋਗਿਆ ਉਹਦਾ ਰੋਗ ਵੀ ਸਾਨੂੰ ਹੀ ਭੋਗਣਾ ਪੈਣਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਟਿਕਣਾ। ਪਰਮਾਰਥ ਦੀ ਸੋਧੀ ਹੋ ਗਈ, ਜਨਮ ਤੇ ਮਰਨ ਮਿਟ ਗਿਆ। ਦੋਹਰਾ ਸੁਨ ਪਾਧਾ ਪਾਇਨ ਪਰਾ, ਹਉ ਸਬੰਧ ਮਤ ਮੰਦ। ਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਗੋਪਾਲ ਪਾਂਧਾ ਜੀ ਸਤਿਗੁਰਾਂ ਜੀ ਦੇ ਚਰਨਾਂ ਤੇ ਡਿੱਗ ਪੈ ਜਾਂਦਾ ਹੈ। ਹਉ ਸੰਬੰਧ ਮਤ ਮੰਦ, ਕਹਿੰਦਾ ਮੇਰੇ ਮੰਦੀ ਮਤ ਵਾਲੇ ਦਾ ਤੁਹਾਡੇ ਨਾਲ ਸੰਬੰਧ ਬਣ ਗਿਆ। ਲਖੀ ਨ ਤੁਵਗਤ ਜਾਵਹੀ, ਪਾਵ ਤਾਰ ਮੁਕੰਦ। ਇਹ ਪਾਤਸ਼ਾਹ ਜੀ ਤੁਹਾਡੀ ਜਿਹੜੀ ਗਤ ਮਿਤ ਹੈ ਨਾ, ਤੁਮਰੀ ਗਤ ਮਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕਰਦਾ। ਇਹਨੂੰ ਤੁਸੀਂ ਉਹ ਜਾਣਦੇ ਹੋ, ਮੈਂ ਤਾਂ ਤੁਹਾਡੇ ਤੋਂ ਸਦਕੇ ਜਾਂਦਾ। ਮੈਨੂੰ ਇਹ ਸੀ ਵੀ ਮੈਂ ਪੰਧ ਹੈ ਪੜ੍ਹਾਉਣ ਵਾਲਾ ਤੇ ਤੁਸੀਂ ਮੇਰੇ ਵਿਦਿਆਰਥੀ ਹੋ, ਕਿ ਮੈਂ ਤਾਂ ਉਸ ਤਰੀਕੇ ਦੇ ਨਾਲ ਤੁਹਾਨੂੰ ਪੜ੍ਹਾਉਣ ਲੱਗਿਆ ਸੀ। ਪਰ ਹੁਣ ਮੈਨੂੰ ਪਤਾ ਲੱਗਿਆ ਵੀ ਤੂੰ ਪੜ੍ਹਾਉਣ ਵਾਲਾ ਨਹੀਂ, ਤੂੰ ਪੜ੍ਹਨ ਵਾਲਾ ਹੈ। ਤੇ ਇਸ ਲਈ ਪਾਤਸ਼ਾਹ ਜੀ ਹੁਣ ਮੈਂ ਤੁਹਾਡੇ ਕੋਲੋਂ ਇਹ ਪੜ੍ਹਿਆ ਹੈ। ਇਹ ਹੈ ਪਰਮਾਰਥ ਦੀ ਪੜ੍ਹਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਰਾਗ ਦੇ ਅੰਦਰ ਇੱਕ ਬਾਣੀ ਲਿਖੀ ਹੈ ਜਿਹਦਾ ਨਾਮ ਹੈ ਪੱਟੀ। ਬੱਚੇ ਨੂੰ ਸ਼ੁਰੂ ਦੇ ਵਿੱਚ ਪੱਟੀ ਦਿੱਤੀ ਜਾਂਦੀ ਹੈ ਵੀ ਲਿਖ ਬਈ ਦੇ ਉੱਤੇ ਅੱਖਰ ਬਣਾ ਕੇ ਉਹਨਾਂ ਤੋਂ ਫਿਰ ਲਿਖਣੇ ਕਲਮ ਦੇ ਨਾਲ। ਤੇ ਉਹ ਪੱਟੀ ਸਤਿਗੁਰਾਂ ਜੀ ਨੇ ਉਚਾਰਨ ਕੀਤੀ, ਕਹਿੰਦੇ ਵੀ ਪੜ੍ਹਨ ਦੇ ਨਾਲ ਨਾਲ ਆਹ ਪੱਟੀ ਵੀ ਪੜ੍ਹੋ। ਇੱਕ ਪੱਟੀ ਟੀਚਰ ਲਿਖਾਉਂਦਾ ਹੈ ਜਿਹਦੇ ਨਾਲ ਦੁਨਿਆਵੀ ਵਿੱਦਿਆ ਮਿਲਦੀ ਹੈ, ਇੱਕ ਪੱਟੀ ਸਤਿਗੁਰਾਂ ਜੀ ਨੇ ਲਿਖੀ ਜਿਹਦੇ ਨਾਲ ਸਾਨੂੰ ਪਰਮਾਰਥ ਦੀ ਸੋਝੀ ਹੁੰਦੀ, ਜਿਹਦੇ ਨਾਲ ਲੋਕ ਤੇ ਪਰਲੋਕ ਦੋਵੇਂ ਹੀ ਸੁਖੀ ਹੁੰਦੇ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣ ਪੜ੍ਹਿਆ ਪਰਮ ਗਤ ਪਾਵੈ। ਚਾਹੇ ਪੜ੍ਹਿਆ ਹੋਇਆ ਚਾਹੇ ਕੋਈ ਅਨਪੜ੍ਹ ਹੈ, ਪਰ ਸਿਮਰਨ ਦੋਵਾਂ ਨੂੰ ਹੀ ਕਰਨਾ ਪੈਣਾ। ਇਹ ਨਹੀਂ ਵੀ ਜਿਹੜਾ ਕਹੇ ਵੀ ਪੜ੍ਹਿਆ ਵੀ ਮੈਂ ਤਾਂ ਪੜ੍ਹ ਗਿਆ ਹੁਣ ਮੈਨੂੰ ਸਿਮਰਨ ਦੀ ਲੋੜ ਨਹੀਂ। ਸਾਹਿਬ ਜੀ ਕਹਿੰਦੇ ਨਹੀਂ, ਜੇ ਅਨਪੜ੍ਹ ਨੇ ਸਿਮਰਨ ਕਰਨਾ ਤੈਨੂੰ ਵੀ ਅਨਪੜ੍ਹ ਬਣ ਕੇ ਸਿਮਰਨ ਨਹੀਂ ਕਰਨਾ ਪਊ। ਸੋ ਇੱਥੇ ਆਪਾਂ ਸਤਿਗੁਰਾਂ ਜੀ ਦੇ ਕੋਲ ਗੁਰਮੁਖੋ ਸਾਰੇ ਅਨਪੜ੍ਹ ਤੇ ਆਪਾਂ ਸਤਿਗੁਰਾਂ ਜੀ ਦੇ ਕੋਲੋਂ ਸਿੱਖਣ ਵਾਲੇ ਹਾਂ। ਇੱਥੇ ਕੋਈ ਟੀਚਰ ਨਹੀਂ ਹੈ, ਆਪਾਂ ਸਾਰੇ ਸਤਿਗੁਰਾਂ ਜੀ ਦੇ ਬੱਚੇ ਹਾਂ ਤੇ ਸਤਿਗੁਰੂ ਜੀ ਸਾਡੇ ਟੀਚਰ ਨੇ। ਤੇ ਜਿਹੜਾ ਬੱਚਾ ਬਈ ਟੀਚਰ ਦਾ ਕਹਿਣਾ ਮੰਨਦਾ ਉਹਦੇ ਤੇ ਟੀਚਰ ਖੁਸ਼ ਹੁੰਦਾ ਹੈ।
ਇਸੇ ਤਰ੍ਹਾਂ ਹੀ ਜੇ ਆਪਾਂ ਸਤਿਗੁਰਾਂ ਜੀ ਦਾ ਬਚਨ ਮੰਨਾਂਗੇ ਨਾ ਤੇ ਸਤਿਗੁਰੂ ਜੀ ਸਾਡੇ ਤੇ ਫਿਰ ਖੁਸ਼ ਹੁੰਦੇ ਹਨ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਗੋਪਾਲ ਪਾਂਧੇ ਨੂੰ ਨਿਹਾਲ ਕਰਨਾ ਕੀਤਾ ਹੈ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਏਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹਾਇ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ